subscribe our channel and press the bell icon ताकि कोई भी नवी अपडेट ਤੁਸੀਂ ਮਿਸ ਨਾ ਕਰੋ। ਕਿ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਭਰਾ ਨੂੰ ਲੜਾ ਦਿੰਦੀਆਂ ਸੀ। ਹੁਣ ਜਿਹੜੇ ਲੋਕ ਹੈ ਉਹ ਕਿੰਨੇ ਕੁ ਜਾਗੇ ਆ। ਬੜਾ ਮਤਲਬ ਸਹਿਜ ਦੇ ਵਿੱਚ ਮਾਹੌਲ ਹੈ ਜਿਹੜਾ ਹੋ ਰਿਹਾ। ਜੇ ਸੁਤੇ ਸਿੱਧ ਵੀ ਇੱਥੋਂ ਦੀ ਲੰਘਦੇ ਆ ਤਾਂ ਸਾਨੂੰ ਰੱਬ ਯਾਦ ਆਉਂਦਾ ਹੈ। ਇੱਥੇ ਅਸੀਂ ਦੇਖਦੇ ਹਾਂ ਜੀ ਰਾਤ ਨੂੰ 12 ਵਜੇ ਵੀ ਕਿਸੇ ਦੀ ਟਰਾਲੀ ਚਲੇ ਜਾਈਏ ਤਾਂ ਉਹਨੇ ਪੂਰੇ ਪਿਆਰ ਨਾਲ, ਇੱਥੇ ਕੋਈ ਵੀ ਬਗਾਨਾਪਣ ਨਹੀਂ ਰਿਹਾ। ਇਹ ਲੋਕਾਂ ਨੂੰ ਇੱਕ ਵੱਡੀ ਸੂਝ ਦੇ ਕੇ ਚੱਲਿਆ ਅੰਦੋਲਨ। ਇਹ ਸਰਕਾਰਾਂ ਤੋਂ ਨਹੀਂ ਕੁਝ ਮਿਲਿਆ ਤਾਂ ਹੁਣ ਸੱਤਾ ਪਲਟਣ ਦਾ ਵੇਲਾ, ਜਾਗਣ ਦਾ ਵੇਲਾ ਹੈਗਾ। ਮੇਰੀ ਤਾਂ ਸੋਚ ਇਹ ਹੈ ਕਿ ਜਦੋਂ ਬੱਚਾ ਗਰਭ 'ਚ ਹੁੰਦਾ ਉਹ ਤੋਂ ਲੈ ਕੇ ਮਰਨ ਤੀਕ ਯਾਨੀ ਕਿ ਹਰ ਇਨਸਾਨ ਲਈ ਜੋ ਰੋਟੀ ਆ ਉਹ ਬਹੁਤ ਅਹਿਮ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਰਾਜਵਿੰਦਰ ਭੁੱਲਰ ਟਿੱਕਰੀ ਬਾਰਡਰ ਤੋਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਟਰਾਲੀ ਟਾਕ ਪ੍ਰੋਗਰਾਮ ਦੇ ਤਹਿਤ ਕਿਸਾਨ ਦੇ ਨਾਲ ਗੱਲਬਾਤ ਕਰਦੇ ਹਾਂ, ਜਜ਼ਬਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਸਾਨੀ ਸੰਘਰਸ਼ ਬਾਰੇ ਗੱਲਾਂ ਹੁੰਦੀਆਂ, ਜਿੱਥੇ ਰੁਕੇ ਹੋਏ ਨੇ ਕਿਸਾਨ ਟਿੱਕਰੀ ਬਾਰਡਰ ਬਾਰੇ ਗੱਲਾਂ ਹੁੰਦੀਆਂ, ਦਿਨ ਦੇ ਕੰਮਕਾਰ ਬਾਰੇ ਗੱਲਾਂ ਹੁੰਦੀਆਂ, ਕਿਸਾਨ ਕੀ ਕਰਦੇ ਨੇ, ਦਿਨ ਦਾ ਸਮਾਂ ਕਿਵੇਂ ਗੁਜ਼ਰਦਾ ਹੈ, ਭਾਈਚਾਰਕ ਸਾਂਝ ਬਣੀ ਹੋਈ ਹੈ। ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਪਿੰਡਾਂ ਤੋਂ ਕਿਸਾਨ ਇਕੱਠੇ ਬੈਠੇ ਹੋਏ ਨੇ। ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਇੱਕ ਮਾਹੌਲ ਬਣਿਆ ਹੋਇਆ ਸੀ, ਸੇਵਾ ਹੋ ਰਹੀ ਸੀ, ਕਿਉਂਕਿ ਜਿਹੜੇ ਨੌਜਵਾਨ ਵੀਰ ਆ ਉਹ ਵੀ ਥੱਕ ਜਾਂਦੇ ਆ, ਥਕੇਵਾਂ ਵੀ ਹੋ ਜਾਂਦਾ ਕਿਉਂਕਿ ਲੰਮਾ ਸਮਾਂ ਹੋ ਗਿਆ ਸੰਘਰਸ਼ ਨੂੰ ਚੱਲਦੇ ਹੋਏ। ਬਾਰਡਰ ਤੇ ਜਿਹੜਾ ਸਟੇਜ ਲੱਗਦਾ ਉੱਥੇ ਵੀ ਵਿਚਾਰ ਸੁਣਨ ਦੇ ਲਈ ਜਿਹੜੇ ਕਿਸਾਨ ਪਹੁੰਚਦੇ ਆ। ਉਸ ਤੋਂ ਬਾਅਦ ਜਦੋਂ ਸਮਾਂ ਵਿਹਲਾ ਮਿਲਦਾ ਕਿਸਾਨੀ ਸੰਘਰਸ਼ ਬਾਰੇ ਗੱਲਾਂ ਹੁੰਦੀਆਂ। ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਕਾਫੀ ਵੀਰ ਬੈਠੇ ਹੋਏ ਨੇ, ਕੁਝ ਹਰਿਆਣੇ ਤੋਂ ਨੇ, ਪੰਜਾਬ ਤੋਂ ਨੇ, ਅਲੱਗ-ਅਲੱਗ ਪਿੰਡਾਂ ਤੋਂ ਨੇ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਪਿੰਡਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪਿੰਡ ਦਾ ਨਾਂ ਕੀ ਹੈ, ਇਤਿਹਾਸ ਕੀ ਹੈ ਪਿੰਡ ਦਾ, ਵੋਟ ਕਿੰਨੀ ਹੈ, ਕਿਸਾਨੀ ਸੰਘਰਸ਼ ਦੇ ਵਿੱਚ ਪਿੰਡ ਕਿਵੇਂ ਜੁੜਿਆ। ਇਸ ਪ੍ਰੋਗਰਾਮ ਦਾ ਖਾਸ ਮਕਸਦ ਇਹ ਹੈ ਕਿ ਆਮ ਕਿਸਾਨ ਕੀ ਸੋਚਦਾ। ਕਿਸਾਨ ਨੇਤਾਵਾਂ ਦੇ ਤਾਂ ਅਸੀਂ ਜਿਹੜੇ ਭਾਸ਼ਣ ਸੁਣਦੇ ਰਹਿੰਦੇ ਆ, ਕਿਸਾਨ ਨੇਤਾਵਾਂ ਦੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ, ਪਰ ਆਮ ਕਿਸਾਨ ਕੀ ਵਿਚਾਰ ਰੱਖਦਾ, ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦਾ, ਕਿੰਨੀ ਕੁ ਡੂੰਘੀ ਨਜ਼ਰ ਦੇ ਨਾਲ ਉਹ ਸੋਚਦਾ, ਕਿੰਨੀ ਕੁ ਡੂੰਘੀ ਨਜ਼ਰ ਦੇ ਨਾਲ ਝਾਤ ਮਾਰਦਾ। ਜੇਕਰ ਗੱਲ ਕਰੀਏ ਸੁਪਰੀਮ ਕੋਰਟ ਦੀ ਤਾਂ ਆਰਜੀ ਤੌਰ ਤੇ ਸਟੇ ਲਾਇਆ, ਉਹਨੂੰ ਕਿਵੇਂ ਦੇਖਦਾ। 26 ਤਰੀਕ ਵਾਲਾ ਪ੍ਰੋਗਰਾਮ ਹੈ, ਕਿਸਾਨ ਉਹਨੂੰ ਕਿਵੇਂ ਦੇਖਦਾ। ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ, ਕਿਸਾਨ ਕੀ ਵਿਚਾਰ ਰੱਖਦਾ, ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਨੌਜਵਾਨ ਮੇਰੇ ਨਾਲ ਬੈਠੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਬਾਈ ਜੀ ਅੰਗਰੇਜ਼ ਸਿੰਘ, ਪਿੰਡ ਖੋਖਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚੋਂ ਇਹ ਪਿੰਡ ਹੈ। ਇਹ ਪਿੰਡ ਕਿਸਾਨੀ ਸੰਘਰਸ਼ ਦੇ ਨਾਲ ਕਦੋਂ ਜੁੜਿਆ? ਬਾਈ ਜੀ ਅਸੀਂ ਪਹਿਲੇ ਦਿਨ ਤੋਂ ਹੀ ਲਗਭਗ 2.5 ਤੋਂ 3 ਮਹੀਨੇ ਜੋ ਪੰਜਾਬ ਦੇ ਵਿੱਚ ਅਸੀਂ ਸੰਘਰਸ਼ ਕਰਕੇ ਆਏ ਆ। ਜਿਸ ਤਰ੍ਹਾਂ ਸਾਡੇ ਨਜ਼ਦੀਕ ਵੈਡਿੰਗ ਪਿੰਡ ਜੋ ਟੋਲ ਪਲਾਜ਼ਾ ਉੱਥੇ ਅਤੇ ਜੋ ਰੇਲਵੇ ਸਟੇਸ਼ਨ ਆ ਸ਼੍ਰੀ ਮੁਕਤਸਰ ਸਾਹਿਬ ਵਿਖੇ, ਉੱਥੇ ਉਹਨਾਂ ਦੇ ਨਾਲ ਜੋ ਕਿਸਾਨ ਯੂਨੀਅਨ ਦੇ ਚੱਕਾ ਜਾਮ ਦੇ ਪ੍ਰੋਗਰਾਮ ਸੀ, ਅਸੀਂ ਉਹਨਾਂ ਦੇ ਨਾਲ ਲਗਭਗ 2.5-3 ਮਹੀਨੇ ਤੋਂ ਉੱਥੋਂ ਤੋਂ ਜੁੜੇ ਆ। ਤੇ ਇੱਥੇ ਪਿੰਡ ਤੋਂ ਅਸੀਂ 24 ਤਰੀਕ ਦੇ ਚੱਲੇ ਹੋਏ ਸੀ, ਜੋ 26 ਤਰੀਕ ਨੂੰ ਇੱਥੇ ਅਸੀਂ ਪਹੁੰਚ ਗਏ ਸੀ। 26 ਤਰੀਕ ਤੋਂ ਲਗਾਤਾਰ ਨਿਰੰਤਰ ਜੋ ਸਾਡੀ ਸੰਗਤ ਆ ਉਹ ਆ ਜਾ ਰਹੀ ਹੈ। ਨੌਜਵਾਨੀ ਦਾ ਯੋਗਦਾਨ ਬਹੁਤ ਵੱਡਾ ਹੈ, ਨੌਜਵਾਨੀ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ। ਤੁਸੀਂ ਨੌਜਵਾਨ ਨੂੰ ਕਿਵੇਂ ਸੋਚਦੇ ਹੋ, ਸੰਘਰਸ਼ ਨੂੰ ਕਿਵੇਂ ਦੇਖਦੇ ਹੋ? ਬਾਈ ਜੀ ਜੋ ਸੰਘਰਸ਼ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਕੋਈ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਜੇ ਕਹਿ ਸਕਦੇ ਤਾਂ। ਮੇਰੀ ਤਾਂ ਸੋਚ ਇਹ ਹੈ ਕਿ ਜਦੋਂ ਬੱਚਾ ਗਰਭ 'ਚ ਹੁੰਦਾ ਉਹ ਤੋਂ ਲੈ ਕੇ ਮਰਨ ਤੀਕ ਯਾਨੀ ਕਿ ਹਰ ਇਨਸਾਨ ਲਈ ਜੋ ਰੋਟੀ ਆ ਉਹ ਬਹੁਤ ਅਹਿਮ ਹੈ। ਜੋ ਵੀ ਇਨਸਾਨ ਰੋਟੀ ਖਾਂਦਾ ਉਹਦੇ ਲਈ ਇਹ ਸੰਘਰਸ਼ 'ਚ ਆਉਣਾ ਬਹੁਤ ਜ਼ਰੂਰੀ ਆ, ਕਿਉਂਕਿ ਹਰ ਚੀਜ਼ ਬਿਨਾਂ ਸਰਜੂ, ਪਰ ਰਾਤ ਦੇ ਟਾਈਮ ਜਾਂ ਸਵੇਰ ਦੇ ਟਾਈਮ ਜੋ ਖਾਣਾ ਉਹ ਸਭ ਲਈ ਜ਼ਰੂਰੀ ਹੈ। ਇਸ ਲਈ ਮੈਂ ਤਾਂ ਇਹ ਅਪੀਲ ਕਰੂੰਗਾ ਸਮੁੱਚੇ ਭਾਰਤ ਦੇ ਜੋ ਵੀ ਵਸਨੀਕ ਆ ਕਿ ਸਾਰੇ ਵੀਰ ਇਸ ਸੰਘਰਸ਼ ਦੇ ਵਿੱਚ ਆਉਣ। ਅਤੇ ਮੈਂ ਸਲੂਟ ਕਰਦਾ ਜੋ ਸਾਡੇ ਆਗੂ ਸਾਹਿਬਾਨ ਆ, ਬੜੀ ਹੀ ਸੂਝ-ਬੂਝ ਦੇ ਨਾਲ ਜੋ ਸੰਘਰਸ਼ ਨੂੰ ਨਵੇਂ ਤੋਂ ਨਵੇਂ ਪੜਾਵਾਂ 'ਚ ਲੈ ਕੇ ਜਾ ਰਹੇ ਆ। ਅਤੇ ਜਵਾਨੀ ਦਾ ਵੀ ਤਹਿ ਦਿਲ ਤੋਂ ਧੰਨਵਾਦੀ ਆ, ਕਿਉਂਕਿ ਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਆ। ਜੋਸ਼ ਦੇ ਨਾਲ ਜੋ ਕਿਸਾਨ ਆਗੂ ਉਹਨਾਂ ਨੂੰ ਅਪੀਲ ਕਰਦੇ ਆ, ਬੇਨਤੀਆਂ ਕਰਦੇ ਆ, ਜਿਸ ਤਰ੍ਹਾਂ ਅੱਗੇ ਕੋਈ ਰਸਤਾ ਦਿਖਾਇਆ ਜਾਂਦਾ, ਨੌਜਵਾਨ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਂਦੇ ਹੋਏ ਮੋਢੇ ਨਾਲ ਮੋਢਾ ਲਾ ਕੇ ਉਹ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਆ।
ਮੀਟਿੰਗਾਂ ਤੇ ਮੀਟਿੰਗਾਂ ਵੀ ਹੋ ਰਹੀਆਂ, ਜਿਵੇਂ ਬਾਈ ਜੀ ਨੇ ਦੱਸਿਆ ਕਿ ਨੌਜਵਾਨਾਂ ਦਾ ਵੱਡਾ ਰੋਲ ਆ। ਸਾਡੇ ਨਾਲ ਬਜ਼ੁਰਗ ਵੀ ਬੈਠੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਮੀਟਿੰਗਾਂ ਬਾਰੇ ਵੀ ਚਰਚਾ ਕਰਾਂਗੇ। 26 ਤਰੀਕ ਦਾ ਪ੍ਰੋਗਰਾਮ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। ਸੁਪਰੀਮ ਕੋਰਟ ਨੇ ਜਿਹੜੀ ਆਰਜੀ ਤੌਰ ਤੇ ਰੋਕ ਲਗਾਈ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਿੰਡਾਂ ਦੇ ਵਿੱਚ ਬਾਪੂ ਜੀ ਇੱਕ ਆਮ ਗੱਲ ਚੱਲਦੀ ਸੀ ਕਿ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਭਰਾ ਨੂੰ ਲੜਾ ਦਿੰਦੀਆਂ ਸੀ। ਹੁਣ ਜਿਹੜੇ ਲੋਕ ਹੈ ਉਹ ਕਿੰਨੇ ਕੁ ਜਾਗੇ ਆ? ਇੱਕ ਵਾਰੀ ਤੁਸੀਂ ਨਾਮ ਤਾਂ ਦੱਸੋ। ਮੈਨੂੰ ਤਾਂ ਇਹੀ ਪਤਾ ਹੈ ਕਿ ਜੋ ਸਿਆਸੀ ਲੋਕ ਸੀਗੇ ਉਹ ਕੁਝ ਲੋਕਾਂ ਨੂੰ ਮਿਸਗਾਈਡ ਕਰਦੇ ਸੀਗੇ। ਉਸ ਨਾਲ ਜਿਹੜੇ ਲੋਕ ਸੀਗੇ ਵੋਟਾਂ ਲੈ ਕੇ ਉਹਨਾਂ ਮਿਸਗਾਈਡ ਕਰਕੇ ਭਰਾ ਦੇ ਖਿਲਾਫ ਕਰਕੇ ਉਹਨਾਂ ਨੂੰ ਮਤਲਬ ਉਲਝਣ ਤਾਣੀ ਚ ਪਾਇਆ ਹੋਇਆ ਸੀ। ਜਦੋਂ ਦਾ ਸੰਘਰਸ਼ ਚੱਲਿਆ ਸਾਰੇ ਲੋਕਾਂ ਨੂੰ ਮਤਲਬ ਸੂਝ ਆ ਗਈ, ਇਸ ਸਿਆਣਪ ਦੇ ਵਿੱਚ ਕੰਮ ਲੈ ਰਹੇ ਨੇ, ਸਿਆਣਪ ਤੋਂ ਸੂਝ-ਬੂਝ ਤੋਂ, ਕਿ ਅਸੀਂ ਤਾਂ ਭਾਈ ਲੜਾਈ ਜਾ ਰਹੇ ਸੀਗੇ ਤੇ ਸਾਡਾ ਤਾਂ ਅਸਲੀ ਮੁੱਖ ਜਿਹੜਾ ਕਿਸਾਨਾਂ ਨਾਲ ਅਸੀਂ ਜੁੜੇ ਹੋਏ ਹਾਂ ਤੇ ਕਿਸਾਨਾਂ ਨਾਲ ਜੁੜ ਕੇ ਅਸੀਂ ਆਪਣੀ ਜਿਹੜੀ ਅਸਲੀ ਰੂਪ ਰੇਖਾ ਤਿਆਰ ਹੋਈ ਆ। ਜਿਹੜੇ ਹੁਣ ਉਹ ਲੀਡਰ ਸੀਗੇ ਉਹ ਵੀ ਥੋੜਾ ਜਿਹਾ ਪਿੱਛੇ ਹਟੇ ਹੋਏ ਨੇ, ਪਰ ਨਾਲ ਉਹ ਕਿਸਾਨਾਂ ਦਾ ਹੁਣ ਸਾਥ ਦੇ ਰਹੇ ਨੇ, ਚਾਹੇ ਉਹ ਆਪਣੀਆਂ ਵੋਟਾਂ ਵਾਸਤੇ ਦੇ ਰਹੇ ਨੇ, ਚਾਹੇ ਉਹਨਾਂ ਦੀ ਆਪਣੀ ਕੋਈ ਗਰਜ ਹੈਗੀ ਹੈ ਉਹ ਦੇ ਰਹੇ ਨੇ। ਪਰ ਜਿਹੜਾ ਕਿਸਾਨ ਆਗੂ ਜਾਂ ਕਿਸਾਨ ਲੋਕ ਨੇ ਜਾਂ ਇੱਥੇ ਜਿਹੜੇ ਮਜ਼ਦੂਰ ਨੇ, ਆੜ੍ਹਤੀ ਜੋ ਵੀ ਹੈਗੇ ਨੇ, ਉਹ ਉਹਨਾਂ ਦੀ ਜ਼ਿਆਦਾ ਅਹਿਮੀਅਤ ਨਹੀਂ ਸਮਝਦੇ ਹੈਗੇ। ਪਰ ਇਸ ਸੰਘਰਸ਼ ਦੇ ਵਿੱਚ ਜਿਹੜਾ ਯੋਗਦਾਨ ਅਸਲੀ ਮੈਂ ਸਮਝ ਰਿਹਾ ਗੁਰੂ ਨਾਨਕ ਦਾ ਹੈ। ਉਹਦੀ ਅਕਾਲ ਪੁਰਖ ਦੀ ਇਹ ਬਹੁਤ ਬੇਅੰਤ ਕਿਰਪਾ ਵਰਤ ਰਹੀ ਹੈ। ਉਹਦੀ ਕਿਰਪਾ ਨਾਲ ਇਹ ਜਿਹੜਾ ਚੱਲ ਰਿਹਾ ਹੈ। ਜੇ ਅਸੀਂ ਦੇਖੀਏ ਕਿ ਛੋਟਾ ਜਿਹਾ ਵੀ ਕੋਈ ਮਾਹੌਲ ਵਰਤਦਾ, ਜਿੱਥੇ ਵੀ ਛੋਟਾ ਜਿਹਾ ਇਕੱਠ ਹੋ ਜਾਂਦਾ ਹੈ ਉੱਥੇ ਬੜੀ ਰੌਲਾ ਰੱਪਾ ਹੋਰ ਹੁੰਦਾ ਹੈ। ਇੱਥੇ ਬੜੀ ਸ਼ਾਂਤੀ ਵਰਤ ਰਹੀ ਹੈ, ਬੜਾ ਮਤਲਬ ਸਹਿਜ ਦੇ ਵਿੱਚ ਮਾਹੌਲ ਹੈ ਜਿਹੜਾ ਹੋ ਰਿਹਾ ਹੈ। ਜੇ ਸੁਤੇ ਸਿੱਧ ਵੀ ਇੱਥੋਂ ਦੀ ਲੰਘਦੇ ਹਾਂ ਤਾਂ ਸਾਨੂੰ ਰੱਬ ਯਾਦ ਆਉਂਦਾ ਹੈ। ਸਾਡੀ ਇਕਾਗਰਤਾ ਇੰਨੀ ਹੈ ਜਿਵੇਂ ਕਿਸੇ ਬਹੁਤ ਵੱਡੇ ਸਮਾਗਮ ਦੇ ਵਿੱਚ ਅਸੀਂ ਨਾਮ ਜਪ ਰਹੀਏ, ਸਿਮਰਨ ਕਰਦੇ ਹੋਈਏ, ਸੰਗਤਾਂ ਜੁੜੀਆਂ ਹੋਣ, ਸਾਨੂੰ ਉਹ ਜਿਹੜਾ ਲਾਹਾ ਇਸ ਸੰਗਤ ਦੇ ਵਿੱਚ ਮਹਿਸੂਸ ਹੋ ਰਿਹਾ ਹੈ ਕਿ ਉਹ ਸਾਡੀ ਆਤਮਾ ਜਿਹੜੀ ਉਹ ਇੰਨੀ ਇਕਾਗਰ, ਇੰਨਾ ਮਨ ਨਿਰਮਲ ਹੋਇਆ ਹੈ ਕਿ ਸਾਨੂੰ ਸਾਡੀ ਸੁਰਤੀ ਹੋਰ ਕਿਸੇ ਪਾਸੇ ਜਾਂਦੀ ਨਹੀਂ। ਸਾਡੀ ਸੁਰਤੀ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੀ ਹੋਈ ਹੈ। ਸਾਨੂੰ ਤਾਂ ਇੱਥੇ ਬਹੁਤ ਹੀ ਆਨੰਦ ਮਹਿਸੂਸ ਹੋ ਰਿਹਾ ਹੈ। ਤੇ ਜਿਹੜੀ ਇਹਦਾ ਅਖੀਰ ਦੇ ਵਿੱਚ ਇਹ ਜਿੱਤ ਜਿਹੜੀ ਹੈ, ਜਿਹਦੇ ਨਾਲ ਗੁਰੂ ਨਾਨਕ ਹੈ, ਜਿਹਦੇ ਨਾਲ ਰੱਬ ਖੜਾ ਹੈ, ਉਹਦੀ ਹੋਣੀ ਹੈ। ਇੱਕ ਪਾਸੇ ਹੰਕਾਰੀ ਲੋਕ ਨੇ, ਹੰਕਾਰ ਨੂੰ ਮਾਰ ਪੈਣੀ ਹੈ। ਕਿਉਂ? ਪਰ ਹਰਨਾਕਸ਼ ਹੰਕਾਰੀ ਸੀ, ਉਹਨੂੰ ਸਮਝ ਨਹੀਂ ਆਈ ਹੈਗੀ। ਉਹ ਮਤਲਬ ਧੱਕੇ ਤੇ ਧੱਕਾ ਕਰੀ ਗਿਆ ਪ੍ਰਹਲਾਦ ਨਾਲ। ਉਹ ਪ੍ਰਹਲਾਦ ਕੀ ਸੀ? ਪ੍ਰਹਲਾਦ ਰੱਬ ਦਾ ਨਾਮ ਲੈਂਦਾ ਸੀਗਾ। ਉਹ ਰੱਬ ਦਾ ਨਾਮ ਲੈਂਦਾ ਸੀ, ਉਹ ਚਾਹੁੰਦਾ ਸੀ ਮੇਰਾ ਨਾਮ ਲੈ। ਉਸ ਨੇ ਪਹਾੜ ਤੋਂ ਸਿੱਟਿਆ, ਉਸ ਨੂੰ ਕੁਝ ਨਹੀਂ ਹੋਇਆ। ਉਹਨੇ ਮਤਲਬ ਸੱਪਾਂ ਦੇ ਕੋਠੇ 'ਚ ਬੰਦ ਕੀਤਾ, ਕੁਝ ਨਹੀਂ ਹੋਇਆ। ਮਸਤ ਹਾਥੀ ਦੇ ਮੂਹਰੇ ਸਿੱਟਿਆ, ਕੁਝ ਨਹੀਂ ਹੋਇਆ। ਅਖੀਰ ਤੇ ਮਸਤ ਹਾਥੀ ਉਸ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਵਾਪਸ ਮੁੜਿਆ। ਉਸ ਦੀ ਭੈਣ ਹੋਲਕਾ ਜੀ ਨੂੰ ਵਰਤ ਸੀਗਾ ਕਿ ਇਹਨੂੰ ਅੱਗ ਨਹੀਂ ਸਾੜ ਸਕਦੀ। ਉਸ ਦੀ ਬੁੱਕਲ 'ਚ ਬਿਠਾ ਕੇ ਅੱਗ 'ਚ ਬਿਠਾਇਆ ਗਿਆ, ਪਰ ਅੱਗ ਦੇ ਵਿੱਚ ਹੋਲਕਾ ਮੱਚੀ, ਪ੍ਰਹਲਾਦ ਜਿਉਂਦਾ ਰਿਹਾ। ਪਰ ਹਰਨਾਕਸ਼ ਨੂੰ ਗਿਆਨ ਨਹੀਂ ਹੋਇਆ। ਫਿਰ ਉਹਨੇ ਥੰਮ ਨਾਲ ਉਹਦਾ ਜੱਫਾ ਪਵਾਇਆ, ਥੰਮ ਤੋਂ ਵੀ ਕੁਛ ਨਹੀਂ ਉਹਨੂੰ ਹੋਇਆ। ਅਖੀਰ ਦੇ ਵਿੱਚ ਉਹਨੇ ਆਪਣੀ ਕਿਰਪਾਨ ਲੈ ਕੇ, ਤਲਵਾਰ ਲੈ ਕੇ ਉਸ ਨੂੰ ਮਾਰਨਾ ਚਾਹਿਆ, ਪਰ ਉਹ ਜਿਹੜਾ ਥੰਮ ਸੀਗਾ ਉਸ ਵਿੱਚ ਅਕਾਲ ਪੁਰਖ ਨਰਸਿੰਘ ਦਾ ਰੂਪ ਧਾਰ ਕੇ ਉਸ ਦਾ ਹਰਨਾਕਸ਼ ਦਾ ਅੰਤ ਕਰ ਦਿੱਤਾ। ਇਸੇ ਤਰ੍ਹਾਂ ਮੋਦੀ ਨੂੰ ਗਿਆਨ ਨਹੀਂ ਹੋ ਰਿਹਾ। ਮੋਦੀ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਇਹ ਸੰਘਰਸ਼ ਚੱਲ ਰਿਹਾ ਹੈ। ਕਿੰਨਾ ਉਹਨੇ ਮਤਲਬ ਦੇਖੋ, ਉਹਨੇ ਬੈਰੀਕੇਡ ਲਾਏ ਕਿ ਕਿਸਾਨਾਂ ਦੇ ਟਰੈਕਟਰਾਂ ਨੇ, ਜੀਪਾਂ ਨੇ ਤੋੜ ਕੇ ਉਹ ਪਰੇ ਕਰ ਦਿੱਤੇ। ਹੋਰ ਬੜੇ ਉਹਨੇ ਯਤਨ ਕੀਤੇ ਨੇ ਜੋ ਵੀ ਇਸ ਮਸਲੇ ਨੂੰ ਉਲਝਾਉਣ ਵਾਸਤੇ। ਉਹਨੂੰ ਇਹ ਹੀ ਪਤਾ ਹੁਣ ਜਿੰਦੇ ਕਿੰਨੀ ਠੰਡ ਦੇ ਵਿੱਚ ਇੱਥੇ ਅਕਾਲ ਪੁਰਖ ਵੀ ਮਦਦ ਕਰ ਰਿਹਾ। ਇੰਨੀ ਠੰਡ ਹੈ ਪਰ ਇੱਥੇ ਬੜਾ ਸ਼ਾਂਤਮਈ ਮਾਹੌਲ ਵਰਤ ਰਿਹਾ ਹੈਗਾ। ਮੇਰਾ ਖਿਆਲ ਹੈ ਕੋਈ ਵੀ ਇਨਸਾਨ ਇਹ ਠੰਡ ਨਹੀਂ ਮਹਿਸੂਸ ਕਰ ਰਿਹਾ ਕਿ ਉਹਦੀ ਆਤਮਾ ਹੀ ਇੰਨੀ ਪ੍ਰਬਲ ਹੋ ਚੁੱਕੀ ਹੈ, ਇੰਨੀ ਤਾਕੜੀ ਹੋ ਚੁੱਕੀ ਹੈ, ਉਹਨੂੰ ਸ਼ਾਂਤੀ ਮਹਿਸੂਸ ਹੋ ਰਹੀ ਹੈ ਇਸ ਸੰਘਰਸ਼ ਦੇ ਵਿੱਚ ਆ ਕੇ। ਇਸ ਕਰਕੇ ਮੈਂ ਤਾਂ ਇਹ ਕਹੂੰਗਾ ਮੋਦੀ ਨੂੰ ਸਮਝਣਾ ਚਾਹੀਦਾ ਹੈ, ਇਹ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ। ਆਖਰਕਾਰ ਉਸ ਨੂੰ ਇਸ ਅਦਾਲਤ ਦੇ ਵਿੱਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਆਪਣੀ ਗਲਤੀ ਭੁੱਲ ਬਖਸ਼ਾ ਕੇ ਇਹਨਾਂ ਇਨਸਾਨਾਂ ਤੋਂ ਉਹ ਆਪਣਾ ਇਹ ਜਿਹੜਾ ਰਾਜ ਭਾਗ ਚਲਾ ਸਕਦਾ। ਅਗਰ ਉਸਨੇ ਧੱਕਾ ਕੀਤਾ ਉਹਦੇ ਨਾਲ ਹਰਨਾਕਸ਼ ਵਾਲਾ ਹਾਲ ਹੋਊਗਾ। ਅਕਾਲ ਪੁਰਖ ਬਹੁਤ ਬੇਅੰਤ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਬਿਆਂ ਨੇ ਗੱਲ ਕੀਤੀ, ਅਸਲ 'ਚ ਇਹ ਸਤਸੰਗ ਵੀ ਹੈ। ਜਿੱਥੇ ਵੀ ਅਸੀਂ ਬਹਿੰਦੇ ਆ ਘੰਟਿਆਂ ਬੱਧੀ ਗੱਲ ਚੱਲਦੀ ਰਹਿੰਦੀ ਆ, ਬੜੀਆਂ ਗੱਲਾਂ ਸਿੱਖਣ ਨੂੰ ਵੀ ਮਿਲਦੀਆਂ। ਅਸੀਂ ਨੌਜਵਾਨ ਆ, ਆਪਾਂ ਪਹਿਲਾਂ ਨੌਜਵਾਨਾਂ ਨਾਲ ਗੱਲ ਕੀਤੀ, ਬਜ਼ੁਰਗਾਂ ਨਾਲ ਗੱਲ ਕੀਤੀ, ਇਤਿਹਾਸ ਤੇ ਵੀ ਚਾਨਣਾ ਪਾਉਂਦੇ ਨੇ ਬਜ਼ੁਰਗ। ਪਰ ਇਹ ਅੰਦੋਲਨ ਸ਼ਾਂਤਮਈ ਹੈ। ਵੱਡੀ ਗੱਲ ਹੈ
ਕਿ ਸ਼ਾਂਤਮਈ ਹੋਣ ਦੇ ਕਰਕੇ ਇਹ ਚੱਲ ਰਿਹਾ, ਲੰਬਾ ਚੱਲ ਰਿਹਾ। ਪਰ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ, ਜਦੋਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਉਹ ਵੀ ਨੌਜਵਾਨਾਂ ਨੂੰ ਬੇਨਤੀ ਕਰਦੇ ਨੇ ਕਿ ਜਿਵੇਂ ਜਿਵੇਂ ਯੂਨੀਅਨ ਦੇ ਸੱਦੇ ਆ ਉਸ ਮੁਤਾਬਕ ਹੀ ਚੱਲਿਆ ਜਾਵੇ। 26 ਤਰੀਕ ਦਾ ਪ੍ਰੋਗਰਾਮ ਵੀ ਹੈ, ਉਹਨੂੰ ਵੀ ਆਪਾਂ ਯੂਨੀਅਨ ਦੇ ਸੱਦੇ ਮੁਤਾਬਕ ਹੀ ਫੋਲੋ ਕਰਨਾ ਹੈ, ਕਿਸੇ ਵੀ ਹੁੱਲੜਬਾਜ਼ੀ ਤੋਂ ਆਪਾਂ ਗੁਰੇਜ਼ ਕਰਨਾ। ਗੱਲਾਂ ਬਾਤਾਂ ਕਾਫੀ ਲੰਬੀਆਂ ਨੇ, ਤੁਸੀਂ ਇਹ ਵੀਡੀਓ ਪੂਰੀ ਅੰਤ ਤੱਕ ਦੇਖਿਓ, ਕਿਉਂਕਿ ਜਿਹੜੇ ਵੀ ਬਾਬੇ ਨੂੰ ਗੱਲ ਕਰਦੇ ਆ, ਜਿਹੜੇ ਵੀ ਨੌਜਵਾਨ ਨਾਲ ਗੱਲ ਕਰਦੇ ਆ, ਉਹਦੇ ਪਿੱਛੇ ਇੱਕ ਕਹਾਣੀ ਆ, ਉਹਦੇ ਪਿੱਛੇ ਇੱਕ ਸੋਚ ਹੈ, ਉਹਦੇ ਪਿੱਛੇ ਇੱਕ ਕਹਿ ਦਈਏ ਵੀ ਉਹਨਾਂ ਦਾ ਤਜਰਬਾ ਬੋਲਦਾ। ਅਸੀਂ ਇੱਥੋਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ, ਤੁਹਾਡੇ ਤੱਕ ਪਹੁੰਚਾਉਣੇ ਆ। ਇਸ ਮਾਧਿਅਮ ਰਾਹੀਂ ਤੁਸੀਂ ਦੇਖ ਰਹੇ ਹੋ, ਤੁਸੀਂ ਵੀ ਸੰਘਰਸ਼ ਵਿੱਚ ਜੁੜ ਜਾਂਦੇ ਹੋ। ਸਾਨੂੰ ਪਤਾ ਹੈ ਕਿ ਤੁਸੀਂ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਹੋ। ਅਸੀਂ ਗੱਲਬਾਤ ਅੱਗੇ ਜਾਰੀ ਕਰਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਕੀ ਨਾਮ ਹੈ? ਦਲਜੀਤ ਸਿੰਘ ਲੌਂਗੋਵਾਲ। ਬਾਪੂ ਜੀ ਕਿਸਾਨੀ ਸੰਘਰਸ਼ ਵਿੱਚ ਪਹੁੰਚੇ ਹੋ, ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਥੇ ਤੁਸੀਂ ਕਾਫੀ ਟਾਈਮ ਹੋ ਗਿਆ ਆਇਆਂ ਨੂੰ, ਜਿਹੜਾ ਰੋਜ਼ਾਨਾ ਦਾ ਦਿਨ ਹੈ, ਦਿਨ ਬਤੀਤ ਕਿਵੇਂ ਹੁੰਦਾ, ਕਿਹੋ ਜਿਹੇ ਕਾਰਜ ਕਰਦੇ ਹੋ? ਜਿਹੜਾ ਇਹ ਸੰਘਰਸ਼ ਹੈ, ਇਹਦਾ ਜਿਹੜਾ ਰੂਪ ਹੈ ਉਹ ਵਿਲੱਖਣ ਰੂਪ ਹੈ। ਇਹਨੂੰ ਜੇ ਅਸੀਂ ਆਪਦੀ ਜ਼ਿੰਦਗੀ 'ਚ ਸੋਚੀਏ ਤਾਂ ਇਹੋ ਜਿਹਾ ਅੰਦੋਲਨ ਅਸੀਂ ਕਦੇ ਨਹੀਂ ਦੇਖਿਆ। ਇਸ ਅੰਦੋਲਨ ਨੂੰ ਜਥੇਬੰਦੀਆਂ ਤਾਂ ਆਪਦੀ ਸੂਝ-ਬੂਝ ਨਾਲ ਚਲਾ ਰਹੀਆਂ ਨੇ, ਉਹਨਾਂ ਦਾ ਧੰਨਵਾਦ ਹੈ। ਪਰ ਜਿੱਥੋਂ ਤੱਕ ਸਾਨੂੰ ਇਹ ਲੱਗਦਾ ਹੈ, ਜਿਹੜਾ ਇਹ ਅੰਦੋਲਨ ਹੈ ਇਹਨੂੰ ਪ੍ਰਮਾਤਮਾ ਆਪ ਚਲਾ ਰਿਹਾ ਹੈ, ਗੁਰੂ ਨਾਨਕ ਆਪ ਚਲਾ ਰਿਹਾ ਹੈ। ਪ੍ਰਮਾਤਮਾ ਪਰਮੇਸ਼ਰ ਦੀ ਇਹਨੂੰ ਐਡੀ ਵੱਡੀ ਦੇਣ ਹੈ ਕਿ ਸਾਡੀਆਂ ਜਿੰਨੀਆਂ ਸਰਕਾਰਾਂ ਆਈਆਂ ਨੇ ਅੰਗਰੇਜ਼ਾਂ ਵੇਲੇ ਤੋਂ ਲਾ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ, ਕਿਸੇ ਨੂੰ ਸਟੇਟ ਦੇ ਨਾਂ ਤੇ, ਕਿਸੇ ਨੂੰ ਧਰਮ ਦੇ ਨਾਂ ਤੇ, ਕਿਸੇ ਨੂੰ ਵਖਰੇਵੇਂ ਦੇ ਨਾਂ ਤੇ ਵੱਖ ਕਰਕੇ ਇਹਨਾਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪਰ ਇੱਕ ਐਸਾ ਅੰਦੋਲਨ ਦੇਖਣ ਵਿੱਚ ਆਇਆ ਹੈ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਥੇ ਸਾਰੇ ਧਰਮ, ਸਾਰੇ ਗੋਤ, ਜਾਤ, ਵੀਰ, ਸਾਰੀਆਂ ਸਟੇਟਾਂ ਦੇ ਲੋਕ, ਅਸੀਂ ਗਾਜੀਪੁਰ ਬਾਰਡਰ ਤੇ ਵੀ ਗਿਆ, ਉੱਥੇ ਯੂਪੀ ਦੇ ਕਿਸਾਨ ਨੇ ਸਾਨੂੰ ਜੱਫੀਆਂ ਪਾ ਕੇ ਇਹ ਗੱਲ ਕਿਹਾ ਕਿ ਆਪਾਂ ਨੂੰ ਕਿਸੇ ਨੂੰ ਵੱਖਵਾਦੀਆਂ ਦੇ ਨਾਮ ਤੇ ਵੰਡਿਆ ਜਾਂਦਾ ਹੈ, ਕਿਸੇ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਕਿਸੇ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ, ਪਰ ਇਹ ਇਹਨਾਂ ਦਾ ਝੂਠ ਹੈ। ਸਾਡੀ ਬੇਸ਼ੱਕ ਗਰਦਨ ਕੱਟੀ ਜਾਵੇ, ਅਸੀਂ ਅੱਤਵਾਦੀ ਨਹੀਂ ਕਹਿਣ ਦੇਵਾਂਗੇ। ਅਸੀਂ ਆਪਦੇ ਸੰਘਰਸ਼ ਦੇ ਵਿੱਚ ਬਿਲਕੁਲ ਇਹ ਸਾਰੇ ਲੋਕਾਂ ਦਾ ਸੰਘਰਸ਼ ਹੈ। ਅਕਾਲ ਪੁਰਖ ਦੀ ਐਡੀ ਵੱਡੀ ਕਿਰਪਾ ਕਿਸੇ ਵੀ ਅੰਦੋਲਨ 'ਚ ਨਹੀਂ ਦੇਖਣ ਨੂੰ ਮਿਲੀ। ਜੇ ਕਲਯੁਗ ਦੇ ਵਿੱਚ ਸਤਯੁਗ ਦੇ ਜਿਹੜਾ ਜ਼ਮਾਨਾ ਲੰਘਿਆ, ਜਿਹਨੂੰ ਅਸੀਂ ਸਿਰਫ ਸ਼ਬਦਾਂ ਰਾਹੀਂ ਸੁਣਦੇ ਹਾਂ, ਜੇ ਅਸੀਂ ਉਹਦੇ ਪੂਰਨ ਦਰਸ਼ਨ ਕਰਨੇ ਹੋਣ ਔਰ ਉਹ ਦਰਸ਼ਨਾਂ ਨੂੰ ਅਸੀਂ ਅੰਦਰ ਲੈ ਕੇ ਜਾਣਾ ਹੋਵੇ ਔਰ ਅਕਾਲ ਪੁਰਖ ਦੀ ਹੋਂਦ ਨੂੰ ਦੇਖਣਾ ਹੋਵੇ, ਜਿਹੜੇ ਲੋਕ ਕਹਿੰਦੇ ਨੇ ਵੀ ਰੱਬ ਕਿੱਥੇ ਮਿਲਦਾ ਹੈ, ਰੱਬ ਕਿਹੋ ਜਿਹਾ ਹੈ, ਮੈਂ ਉਹਨਾਂ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਰੱਬ ਦੀ ਪ੍ਰਵਿਰਤੀ ਤੇ ਰੱਬ ਦਾ ਰੰਗ ਰੂਪ, ਰੱਬ ਕੀ ਚਾਹੁੰਦਾ ਹੈ, ਰੱਬ ਸਾਨੂੰ ਕਿਹੋ ਜਿਹੇ ਬਣਾਉਣਾ ਚਾਹੁੰਦਾ ਹੈ, ਰੱਬ ਬੇਗਮਪੁਰਾ ਕਿਸ ਚੀਜ਼ ਨੂੰ ਕਰਨਾ ਚਾਹੁੰਦਾ ਹੈ, ਉਹ ਤੁਸੀਂ ਆ ਕੇ ਇੱਥੇ ਜਿਹੜਾ ਅੰਦੋਲਨ ਹੈ ਦਿੱਲੀ ਦਾ, ਇਹਦੇ ਵਿੱਚ ਦੇਖ ਸਕਦੇ ਹੋ ਕਿ ਰੱਬ ਦੀ ਅਪਾਰ ਕਿਰਪਾ ਦੇ ਨਾਲ ਮੈਂ ਇੱਥੋਂ ਤੱਕ ਅਨੁਭਵ ਕਰਦਾ ਕਿ ਕਿੰਨਾ ਵੀ ਕਰੀਅਰ ਬੰਦਾ ਹੋਵੇ, ਉਸ ਨੂੰ ਅੱਖਾਂ ਬੰਨ੍ਹ ਕੇ ਇਸ ਅੰਦੋਲਨ 'ਚ 2 ਰਾਤਾਂ ਕਟਾਈਆਂ ਜਾਣ ਔਰ ਤੀਜੀ ਰਾਤ ਜਦੋਂ ਉਹਦਾ ਮੂੰਹ ਖੋਲ੍ਹਿਆ ਜਾਏਗਾ, ਅੱਖਾਂ ਖੋਲ੍ਹੀਆਂ ਜਾਏਗਾ, ਉਹਨਾਂ ਦੇ ਵਿੱਚੋਂ ਪਿਆਰ ਦੀ ਝਲਕ ਪੈਦਾ ਹੋਵੇਗੀ। ਕਿਉਂਕਿ ਇੱਕ ਪਿਆਰ ਦੀ ਐਡੀ ਵੱਡੀ ਵਾਈਬ੍ਰੇਸ਼ਨ ਬਣ ਚੁੱਕੀ ਹੈ, ਪਿਆਰ ਦਾ ਇੱਕ ਐਡਾ ਵੱਡਾ ਸਮੁੰਦਰ ਭਰ ਚੁੱਕਿਆ ਹੈ। ਇਹ ਕਿਸੇ ਵੀ ਚੀਜ਼ ਤੋਂ ਰੁਕਣ ਵਾਲਾ ਨਹੀਂ। ਜਿਹੜੇ ਲੋਕ ਨੇ, ਹਾਕਮ ਲੋਕ ਨੇ, ਇਹਨਾਂ ਨੂੰ ਇਸ ਗੱਲ ਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ। ਜਿਸ ਨੀਤੀ ਤੇ ਇਹ ਸੰਘਰਸ਼ ਹੋ ਰਿਹਾ ਹੈ, ਸ਼ਾਂਤਮਈ ਢੰਗ ਨਾਲ, ਭਾਵਨਾਵਾਂ ਨਾਲ ਲੜਾਈ ਹੋ ਰਹੀ ਹੈ, ਕਿਸਾਨ ਕਿਸੇ ਵੀ ਟਕਰਾਓ ਦੇ ਮੂਡ 'ਚ ਆਉਣ ਲਈ ਬਿਲਕੁਲ ਤਿਆਰ ਨਹੀਂ ਹੈਗੇ। ਸਾਡੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਕਿ ਜੇ ਕੋਈ ਨੌਜਵਾਨ ਕਿਸਾਨ ਕਿਸ ਤਰ੍ਹਾਂ ਦੇ ਮਾਰ ਕੇ ਆਵਾਜ਼ ਦੇ ਨਾਅਰੇ ਲਾਉਂਦਾ ਹੈ ਤਾਂ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰੋ ਕਿ ਭਾਈ ਆਪਣਾ ਸੰਘਰਸ਼ ਸ਼ਾਂਤਮਈ ਹੈ। ਅਗਰ ਜੇ ਕਿਸੇ ਵੀ, ਅਸੀਂ ਸਾਰੇ ਲਵੇ ਲਾਉਣ ਵਾਲੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ, ਅਗਰ ਜੇ ਕੋਈ ਸਮਾਜ ਵਿਰੋਧੀ ਅੰਸਰ ਸਰਕਾਰ ਨੇ ਇਹਦੇ ਵਿੱਚ ਬਾੜਿਆ ਹੋਇਆ ਹੈ, ਉਹ ਤਾਂ ਇਹਨੂੰ ਬਦਨਾਮ ਕਰਨ ਦਾ ਮਾਰਾ ਤੁਹਾਡਾ ਨੁਕਸਾਨ ਕਰ ਸਕਦਾ ਹੈ। ਪਰ ਸਾਰਾ ਦਿਨ ਜਿਹੜੇ ਕਿਸਾਨਾਂ ਦੇ ਆਗੂ ਨੇ ਉਹ ਸਾਡੀਆਂ ਡਿਊਟੀਆਂ ਲਾਉਂਦੇ ਨੇ ਕਿ ਜੇ ਕਿਸੇ ਦੁਕਾਨਦਾਰ ਦਾ
ਜੇ ਕਿਸੇ ਸ਼ਹਿਰ ਨਿਵਾਸੀ ਦਾ, ਜੇ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਅਪਮਾਨ ਕੀਤਾ ਜਾਂਦਾ ਹੈ, ਉਹਨੂੰ ਪੈਰੀਂ ਹੱਥ ਲਾ ਕੇ ਉਹਨੂੰ ਪੂਰਾ ਪਿਆਰ 'ਚ ਲਿਆ ਕੇ ਉਹਨਾਂ ਤੋਂ ਬੇਨਤੀ ਕਰਕੇ ਮਾਫੀ ਮੰਗੋ। ਇਸ ਮੀਡੀਆ ਦੇ ਰਾਹੀਂ ਮੈਂ ਸਾਰੇ ਨੌਜਵਾਨਾਂ ਨੂੰ ਇੱਕ ਬੇਨਤੀ ਕਰਦਾ, ਵੀ ਸਭ ਕੁਝ ਹੋ ਚੁੱਕਿਆ ਹੈ। ਅਕਾਲ ਪੁਰਖ ਨੇ ਆਪਣੀ ਸਾਰੀ ਫੌਜ ਭੇਜਤੀ, ਖਾਣੇ ਭੇਜਤੇ, ਸਾਰੀ ਤਰ੍ਹਾਂ ਦੇ ਪ੍ਰਬੰਧ ਭੇਜਤੇ। ਇਸ ਲਈ ਹੁਣ ਇੱਕੋ ਚੀਜ਼ ਦੀ ਲੋੜ ਹੈ ਕਿ ਤੁਸੀਂ ਹੌਸਲੇ ਦੇ ਨਾਲ, ਬੇਸ਼ੱਕ ਕੋਈ ਗਲਤੀ ਕਰਨ ਵਾਲਾ ਸਰਕਾਰ ਇੱਥੇ ਭੇਜ ਦੇਵੇ, ਉਹਦੇ ਨਾਲ ਵੀ ਇਹੋ ਜਿਹਾ ਸਲੂਕ ਕਰਨਾ ਹੈ ਕਿ ਸਾਡੇ ਸੰਘਰਸ਼ ਨੂੰ ਕਿਸੇ ਤਰ੍ਹਾਂ ਦੀ ਆਂਚ ਨਾ ਆ ਜਾਵੇ। ਇਹਨਾਂ ਲਵੇ ਕੋਈ ਹਥਿਆਰ ਬਾਕੀ ਨਹੀਂ ਰਿਹਾ, ਇਹਨਾਂ ਲਵੇ ਇੱਕੋ ਹਥਿਆਰ ਹੈ, ਕਿਉਂਕਿ ਫੋਰਸ ਦਾ ਵੀ ਨਹੀਂ ਇਹ ਵਰਤ ਸਕਦੇ, ਕਿਉਂਕਿ ਜਿਹੜਾ ਜਵਾਨ ਹੈ, ਜਿਹੜਾ ਕਿਸਾਨ ਹੈ, ਇਹਨਾਂ ਦਾ ਇੱਕ ਬਹੁਤ ਵੱਡਾ ਪੁਰਾਣਾ ਰਿਸ਼ਤਾ ਹੈ। ਸਾਡੇ ਭਾਰਤ ਦਾ ਪਹਿਲਾ ਇੱਕ ਪੁਰਾਣਾ ਨਾਅਰਾ ਹੈ, ਜੈ ਜਵਾਨ ਜੈ ਕਿਸਾਨ। ਉਹ ਅੱਜ ਲਾਗੂ ਹੋ ਚੁੱਕਿਆ ਹੈ ਸਾਰੇ ਦੇਸ਼ ਦੇ ਵਿੱਚ। ਜਿਹੜੇ ਜਵਾਨ ਨੇ, ਕਿਉਂਕਿ 80% ਜਿਹੜੇ ਬੱਚੇ ਨੇ ਫੌਜ ਦੇ ਵਿੱਚੋਂ ਕਿਸਾਨਾਂ ਦੇ ਬੇਟੇ ਨੇ, ਉਹ ਵੀ ਇਸ ਸੰਘਰਸ਼ ਨੂੰ ਨੇੜਿਓਂ ਦੇਖ ਚੁੱਕੇ ਨੇ। ਕਿਉਂਕਿ ਅਸੀਂ ਬਾਰਡਰ ਤੇ ਜਦੋਂ ਗਿਆ, ਅਸੀਂ ਉਹਨਾਂ ਨਾਲ ਜਦੋਂ ਗਲਵੱਕੜੀ ਪਾ ਕੇ ਮਿਲਿਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਹਮਾਰੇ ਹੀ ਮਾਤਾ ਪਿਤਾ ਹੈ ਤੁਮ। ਉਹ ਇਤਨੇ ਪਿਆਰ ਦੇ ਵਿੱਚ ਨੇ। ਇਹ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਪਿਆਰ ਦੀ ਵਾਈਬ੍ਰੇਸ਼ਨ ਨਹੀਂ ਇਕੱਠੀ ਹੋ ਰਹੀ ਹੈ, ਅੰਦਰੋਂ ਤਾਂ ਇਹਨਾਂ ਨੂੰ ਇਹਨੇ ਮਾਰ ਹੀ ਦਿੱਤਾ, ਅੰਦਰੋਂ ਤਾਂ ਇਹ ਮਰੇ ਹੋਏ ਲੋਕ ਨੇ, ਕਿਉਂਕਿ ਏਡੀ ਵੱਡੀ ਵਾਈਬ੍ਰੇਸ਼ਨ ਹੈ। ਇਹਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ। ਇਹਨਾਂ ਨੂੰ ਪਹਿਲਾਂ ਅਸੀਂ 10 ਦਿਨਾਂ ਨੂੰ ਭਾਜਣਗੇ, 20 ਦਿਨਾਂ ਨੂੰ ਭਾਜਣਗੇ, ਪਰ ਇਹ ਜਿੰਨਾ ਸੰਘਰਸ਼ ਲੰਬਾ ਹੋ ਰਿਹਾ ਹੈ, ਉਨਾ ਇਹ ਪੱਕੇ ਪੈਰਾਂ ਨਾਲ ਹੋ ਰਿਹਾ ਹੈ, ਉਨਾ ਇਹ ਸਟਰੋਂਗ ਹੋ ਰਿਹਾ ਹੈ। ਇਹ ਨਾ ਇਹਦਾ ਰਾਸ਼ਨ ਮੁੱਕਣ ਵਾਲਾ ਹੈ, ਨਾ ਇਹ ਕਿਸਾਨ ਅੱਕਣ ਵਾਲੇ ਨੇ। ਇਹ ਕੁਛ ਮਰਜ਼ੀ ਸੋਚੀ ਜਾਣ। ਇਸ ਲਈ ਇਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ, ਅਗਰ ਇਹਨਾਂ ਨੇ ਬਚਣਾ ਹੈ, ਪਰਮਾਤਮਾ ਤੋਂ ਥੋੜੀ ਮੋਟੀ ਰਾਹਤ ਲੈਣੀ ਹੈ, ਤਾਂ ਇੱਥੇ ਰੱਬ ਖੁਦ ਹੈ। ਇਹ ਅੰਦੋਲਨ ਰੱਬ ਦਾ ਹੈ, ਇਹ ਪਰਮਾਤਮਾ ਦਾ ਅੰਦੋਲਨ ਬਣ ਚੁੱਕਿਆ ਹੈ। ਇਸ ਲਈ ਪੁਰਾਣੇ ਇਤਿਹਾਸ ਨੂੰ ਜਿੰਨੀ ਮਰਜ਼ੀ ਘੋਖ ਲੈਣ, ਜਿੱਥੇ ਰੱਬ ਦੀ ਸ਼ਮੂਲੀਅਤ ਆ ਜਾਵੇ ਉੱਥੇ ਹਾਰ ਨਹੀਂ ਹੁੰਦੀ। ਔਰੰਗਜ਼ੇਬ ਵਾਲੀ ਗੱਲ ਸਭ ਦੇ ਸਾਹਮਣੇ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਉਹਨੂੰ ਕਿਹਾ ਤੇ ਉਹਦੀ ਮੌਤ ਹੋਈ। ਇਸ ਲਈ ਉਹ ਸਾਰਾ ਇਤਿਹਾਸ ਨੇਕੀ ਤੇ ਬਦੀ ਦੀ ਜਿਹੜੀ ਲੜਾਈ ਹੈ ਉਹ ਚੱਲੀ ਹੋਈ ਹੈ। ਇੱਥੇ ਕਿਸੇ ਕਿਸਾਨ ਦਾ ਸੰਘਰਸ਼ ਨਹੀਂ ਰਿਹਾ, ਕਿਸੇ ਇੱਕ ਵਰਗ ਦਾ ਸੰਘਰਸ਼ ਨਹੀਂ ਰਿਹਾ। ਇੱਕ ਪਾਸੇ ਸੱਚ ਹੈ, ਇੱਕ ਪਾਸੇ ਝੂਠ ਹੈ। ਸੱਚ ਦੇ ਲੋਕਾਂ ਦੀ ਮੱਤ ਮਿਲ ਗਈ, ਸੱਚ ਦੇ ਲੋਕਾਂ ਨੂੰ ਰੱਬ ਨੇ ਇਕੱਠੇ ਕਰਤਾ, ਸੱਚ ਦੇ ਲੋਕਾਂ ਨੂੰ ਪ੍ਰੇਮ 'ਚ ਲਿਆਤਾ। ਇੱਥੇ ਅਸੀਂ ਦੇਖਦੇ ਹਾਂ ਜੇ ਰਾਤ ਨੂੰ 12 ਵਜੇ ਵੀ ਕਿਸੇ ਦੀ ਟਰਾਲੀ ਚਲੇ ਜਾਈਏ ਤਾਂ ਉਹਨੇ ਪੂਰੇ ਪਿਆਰ ਨਾਲ, ਇੱਥੇ ਕੋਈ ਵੀ ਬਗਾਨਾਪਣ ਨਹੀਂ ਰਿਹਾ। ਇਹ ਲੋਕਾਂ ਨੂੰ ਇੱਕ ਵੱਡੀ ਸੂਝ ਦੇ ਕੇ ਚੱਲਿਆ ਅੰਦੋਲਨ। ਇਹ ਅੰਦੋਲਨ ਕਿਹਾ ਜਾਏ, ਜਿਹੜੇ ਸਿਆਸੀ ਤਿਰਕਮਬਾਜ਼ੀਆਂ ਵਾਲੇ ਲੋਕ ਨੇ ਉਹਨਾਂ ਨੂੰ ਬੜੀ ਬੜੀ ਚੁਣੌਤੀ ਹੋਊਗੀ। ਆਪਦੇ ਅੰਦਰ ਹੀ ਉਹ ਬਸ਼ਰਮੀ ਨਾਲ ਮਰੇ ਪਏ ਨੇ। ਜੇ ਉਹ ਸੰਘਰਸ਼ 'ਚ ਆਉਂਦੇ ਵੀ ਨੇ ਤਾਂ ਕਿ ਆਪਦੇ ਆਪ ਨੂੰ ਪ੍ਰਮੋਟ ਨਹੀਂ ਕਰ ਸਕਦੇ, ਮੈਂ ਕਾਂਗਰਸੀ ਹਾਂ, ਮੈਂ ਅਕਾਲੀ ਹਾਂ, ਤੇ ਉਹਨਾਂ ਨੂੰ ਵੀ ਨਾ ਕਿਸਾਨ ਬਣ ਕੇ ਤੇ ਉਹਨਾਂ ਨੂੰ ਲੋਕਾਂ ਨੂੰ ਆਪਦੇ ਆਪ ਤੇ ਸ਼ਰਮ ਮਹਿਸੂਸ ਹੋਣ ਲੱਗੀ ਕਿ ਜੋ ਕਾਰਜ ਅਸੀਂ ਲੋਕਾਂ ਦੇ ਭਲੇ ਦੇ ਕਰਨ ਦੇ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਤੇ ਉਹ ਭਲਾ ਨਹੀਂ ਸੀ। ਭਲਾ ਤਾਂ ਹੁਣ ਲੋਕਾਂ ਨੇ ਆਪਦੇ ਅੰਦਰੋਂ, ਮਤਲਬ ਇਹਨਾਂ ਦੇ ਪਰਮਾਤਮਾ ਦੇ ਨੇ ਇਹਨਾਂ ਦੇ ਅੰਦਰ ਪਿਆਰ ਭਰਿਆ। ਪਿਆਰ ਭਰਨ ਦੇ ਵਾਜੇ ਪਾੜੋ ਤੋਂ ਰਾਜ ਕਰੋ ਦੀ ਨੀਤੀ ਤੋਂ ਲੋਕ ਉੱਪਰ ਉੱਠ ਗਏ, ਲੀਡਰਾਂ ਦੀਆਂ ਚਾਲਾਂ ਤੋਂ ਉੱਪਰ ਉੱਠ ਗਏ। ਇਹ ਸੰਘਰਸ਼ ਦੀ ਜਿੱਤ ਵੀ ਲਾਜ਼ਮੀ ਹੈ ਔਰ ਇਤਿਹਾਸ ਦੇ ਵਿੱਚ ਇੱਕ ਨਵੀਂ ਜਿਹੜੀ ਚੀਜ਼ ਹੈ ਇਹ ਦੇਖਣ ਨੂੰ ਮਿਲੀ ਹੈ। ਜਿਹੜੇ ਘਰਾਂ 'ਚ ਲੋਕ ਬੈਠੇ ਨੇ ਉਹਨਾਂ ਨੂੰ ਇਹਦੇ ਦਰਸ਼ਨ ਕਰਨੇ ਚਾਹੀਦੇ ਨੇ। ਗੁਰਦੁਆਰਿਆਂ 'ਚ ਰੱਬ ਨਹੀਂ, ਰੱਬ ਇੱਥੇ ਆਇਆ ਬੈਠਾ ਹੈ। ਤੁਸੀਂ ਸੁਣ ਹੀ ਲਿਆ ਬਾਬਾ ਜੀ ਦੇ ਮੂੰਹੋਂ ਕਿ ਜੇਕਰ ਤੁਸੀਂ ਦਰਸ਼ਨ ਕਰਨੇ ਨੇ ਪ੍ਰਮਾਤਮਾ ਦੇ, ਰੱਬ ਬੰਦਿਆਂ 'ਚ ਵਸਦਾ, ਰੱਬ ਇਨਸਾਨਾਂ 'ਚ ਵਸਦਾ। ਇੱਥੇ ਰੱਬੀ ਮਿਹਰ ਹੋ ਰਹੀ ਆ। ਜਿੱਥੇ ਵੀ ਜਾਂਦੇ ਆ ਲੰਮੀਆਂ ਸਮਾਂ ਗੱਲਾਂ ਚੱਲਦੀਆਂ ਰਹਿੰਦੀਆਂ। ਪਹਿਲਾਂ ਵੀ ਮੈਂ ਦੱਸ ਚੁੱਕਿਆ ਕਿ ਜਿਹੜੇ ਵੀ ਬਜ਼ੁਰਗ ਨਾਲ, ਨੌਜਵਾਨ ਨਾਲ ਗੱਲਬਾਤ ਕਰਦੇ ਆ, ਹਰ ਇੱਕ ਦਾ ਤਜਰਬਾ, ਹਰ ਇੱਕ ਦੀ ਗੱਲਬਾਤ ਮੋਹ ਲੈਂਦੀ ਆ। ਇਹ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਆ। ਬਾਬਾ ਜੀ ਸਾਡੇ ਨਾਲ ਨੇ, ਵੱਖਰੀ ਤਰ੍ਹਾਂ ਦੀ ਸੇਵਾ ਵੀ ਕਰਦੇ ਨੇ। ਉਹ ਸੇਵਾ ਕੀ ਆ ਉਹਦੇ ਬਾਰੇ ਵੀ ਜਾਣਦੇ ਆ, ਕਿੱਥੋਂ ਆਏ ਨੇ ਉਹ ਵੀ ਪਤਾ ਕਰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। सत श्रीकाल जी। ਕੀ ਨਾਮ ਆ ਜੀ ਤੇ ਕਿੱਥੋਂ ਆਏ ਹੋ? धनदास महाराज के नाम से जाना जाता है मेरे को जी। और मेरा मेन काम है सत्संग, आध्यात्मिक विचार, और दूसरा काम है दवाई बुट्टी का। वो हम फ्री सेवा करते हैं जितनी हमारे से हो जाती है। और ये जो जिक्र है आज इतना, जितनी पूरा बात इसमें उठा हुआ है, ये 6 साल पहले हमने सत्संग में विचार रखा था कि भाई मोदी एक करूर बुद्धि का जीव है और भोजियों को परेशान करेगा ये।
एक दृष्टांत याद आता है, जिस समय पर सिकंदर लोधी था उस समय पर संतों को बड़ी यातनाएं दी गई थी, और वहाँ रविदास महाराज जी को जो पेश किया गया तो उसने कहा कि भी राजा है, आप कितने दिन रहोगे इस दुनिया में, आपके पास कोई लिखित में तो कोई चीज़ है नहीं। लेकिन वहाँ पर महाराज जी ने राजा को बताया था कि ये पब्लिक जो आपके राज में भूखी मरने लग रही है, प्यासी मरने लग रही है, आपका काम है, आप प्रजा के माता पिता हो और आपका काम सिर्फ यही है कि भाई आप पब्लिक को सुख दो ताकि लोग आपकी जय जयकार करें। वहाँ उन्होंने कहा था, ऐसा चाहूँ राज में जहाँ मिले सबन को अन्न, छोट बड़ो सब सम बसे रविदास रहे प्रसन्न। और आज हमारे साथ ऐसा काम होने को जा रहा है कि भाई मोदी ने जो जैसे ये ज़मीन है, ये ज़मीन से हमारा जो पूरा देश है वो 70% लगभग स्पाश्रित है। और आज कोई भी चीज़ है, अगर हम दवाई भी कोई किसी कंपनी की लेते हैं तो भी अपना मूल्य रख देता कि भाई ये इसका इतना मूल्य है, तो जाते जाते लास्ट समय पे जो का उपभोक्ता है वहाँ तक वो सही रेट में चली जाती है। लेकिन जो किसान है, किसान का मतलब ये तो है नहीं भाई जिसके पास खेती हो ये किसान हो। मेरे विचार में ये है, जो कृषक है, जो कष्ट कमाई करता है, ज़मीन से संबंध रखता है, वो हर कोई किसान है। और उसमें ये किसी एक आदमी के चंगुल में फंस जाएगा तो ये समझे कि भाई आज हम कोई भी चीज़, एक कपड़ा भी लेने के लिए जाते हैं, आम दुकान से लेते हैं तो सही रेट में मिल जाता है, लेकिन उसके ऊपर एक लेबल लग जाता है किसी बड़ी कंपनी का, तो वह जो 200 रुपये की चीज़ है वह 2000 की बन जाती है। तो इसी प्रकार ये जितना भी है यो अन्न भी इसी हिसाब से होने लग जाएगा। यहाँ मनमर्जी से ये किसानों से या मजदूर से उससे उगवाएंगे, खरीदना चाहोगे तो खरीदेंगे, ना खरीदना चाहोगे तो ना खरीदेंगे, वह उनकी मर्जी है। ये पहले भारत में आज़ाद होने से पहले भी ये सिस्टम था, जो मालदार आदमी हुआ करते, सरमाएदार आदमी हुआ करते, वे खरीद लिया करते, रोक लिया करते, थोड़ी थोड़ी करके बेचा करते। आने वाले समय भी ऐसा हो जाएगा और पूरा देश भुखमरी की तरफ जाने लग रहे हैं। और मेरे हिसाब से तो जैसे नोटबंदी जो हुई थी उसमें एक चाल थी गवर्नमेंट की, जितनी अर्थव्यवस्था है उसको अपने हाथ में ले लिया जाए। हाथ में लेने के बाद में मजबूर हो जाएगी पब्लिक, बैंकों में पैसा नहीं बिल्कुल, और कोई भी संस्था है उसके अंदर कहीं पैसा नहीं है, सारा पैसा लेकर के जो 22 आदमियों को दे दिया मोदी साहब ने। लेकिन मोदी साहब ये एक अपनी बड़ी भूल कर रहे हैं। भूल ये इसलिए कर रहे हैं क्योंकि ये प्रजातंत्र है, लोकतंत्र है। ये किसी टाइम पे भी घेर भी सकती है पब्लिक इसको और बना भी सकती है। आज उसको जो इज्जत का, सम्मान की पगड़ी, ताज जो दिया गया, मोदी की आंखों के ऊपर चर्बी आ गई है। उसको मान सम्मान का कोई ज्ञान नहीं है और वो हकीकत में एक कायर आदमी है। वो पब्लिक के सामने आना पसंद नहीं करता क्योंकि मुंह वही छुपाता है जिससे कोई कमी आ जाती है। नहीं तो बात कहते हैं, जीना तो है उसी का जिसने ये राज जाना, है काम आदमी का औरों के काम आना। तो बात तो यह होनी चाहिए हम एक दूसरे के साथ दें। और एक खास बात ये है, जिस टाइम पे लाल बहादुर शास्त्री थे उसने मनोज कुमार से वो मिला था उस समय पर, अनथानी ये कहा था कि भाई सप्ते में एक दिन हर आदमी व्रत रखे ताकि अन्न की कुछ न कुछ हमारी बचत हो और अपनी जो छतें हैं उनके ऊपर भी अपना अन्न उगाओ। उनकी तो ऐसी सोच थी। और मोदी साहब की क्या सोच है कि इसने क्या नारा दिया, मैं देश को नहीं बिकने दूंगा, मैं देश को झुकने नहीं दूंगा। तो जितनी भी आज तक जितने प्रधानमंत्री हुए हैं, जो हमारी प्रजा ने जितना भी टैक्स दिया है, जितनी सुख सुविधा दी है अपने लिए, हवाई जहाज है उधर से एयरपोर्ट बेच दिया, रेलवे बेच दी, LIC बेच दी। तो ये क्या है? ये सिर्फ एक ऐसा है, एक तरह से ऐसा जाल बिछा दिया यो। और धर्म, मैं अपने आप में ये मानता हूँ, धर्म का टिक्का, जात पात, धर्म, गोत, ये एक ऐसी चीज़ है इंसान के अंदर वो टिक्के लगे हुए, इनको लगने के बाद में वो अपने आप को भूल जाता है और दुष्कर्मों पर उतर जाता है। धर्म का मतलब ये तो है नहीं कि भाई कहीं हिंदू, कहीं सिख, कहीं ईसाई, कहीं मुस्लिम। इन चीज़ों का पहले नंबर 3 का अर्थ समझना चाहिए, इनके मतलब क्या है, इनका मतलब समझ के फिर उसमें जाना चाहिए। धर्म एक संविधान है। धर्म का मतलब हकीकत क्या है, जैसे हमारे को सुविधा मिलती है, नियम होते हैं, उसी का नाम भी 10 चीज़ों से मिलकर एक धर्म बढ़ता है।
उसका नाम एक धर्म दिया गया है, उसमें 10 चीज़ जरूरी होनी जरूरी है, उसके बाद में चाहे आगे कितनी बढ़ा ले वो शाखाएं हो जाती हैं। इसी प्रकार आपस में जीवों को बढ़ा दिया है, बढ़ाने के बाद में एक दूसरे के अंदर एक दूसरे के प्रति विरोध हो गया, और अब सतगुरु की कृपा हुई है तो जीव आपस में मिलने लगे। यहाँ कोई किसी को धर्म के प्रति नहीं आ रहा, सिर्फ एक देश को बचाने के लिए आ रहे। यहाँ सबके लिए एक देश है और जनजीवन है। अब मोदी या तो मान जाए तो बड़ी अच्छी बात है, नहीं तो ये पुकार है जो इन जीवों की, ये खाली तो जाएगी नहीं, ये मार दी। ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ, ਕਿੱਦਾਂ ਦੀ ਰਾਜਨੀਤੀ ਕਰਦੇ ਨੇ, ਫੁੱਟ ਪਾਓ ਰਾਜ ਕਰੋ ਦੀ ਨੀਤੀ ਅਪਣਾਉਂਦੇ ਨੇ। ਕਿਸਾਨੀ ਸੰਘਰਸ਼ ਦੀ ਗੱਲ ਕਰੀਏ, ਜੇਕਰ ਬਿੱਲ ਲਾਗੂ ਕਰ ਸਕਦੇ ਨੇ ਤਾਂ ਵਾਪਸ ਵੀ ਲੈ ਸਕਦੇ ਨੇ। ਸੁਪਰੀਮ ਕੋਰਟ ਦਾ ਸਹਾਰਾ ਲਿਆ ਜਾਂਦਾ ਹੈ, ਆਰਜੀ ਤੌਰ ਤੇ ਖਾਰਜ ਕੀਤੇ ਜਾਂਦੇ ਆ। ਮਜਬੂਰੀ ਕੀ ਸਮਝਦੇ ਹੋ ਕਿ ਮਜਬੂਰੀ ਕੀ ਹੈ ਜੇਕਰ ਅਸੀਂ ਪ੍ਰਧਾਨ ਮੰਤਰੀ ਨੂੰ ਚੁਣ ਕੇ ਆਪਣੇ ਉੱਪਰ ਬਿਠਾਇਆ? ਮਤ ਤਾਂ ਅਸੀਂ ਦਾਨ ਕੀਤਾ, ਸਾਡੇ ਤੋਂ ਗਲਤੀ ਹੋਈ ਆ, ਸਾਰੇ ਕਿਸਾਨ ਮੰਨਦੇ ਨੇ ਸਾਡੇ ਤੋਂ ਗਲਤੀ ਹੋਈ, ਹੁਣ ਗਲਤੀ ਸੁਧਾਰਨ ਲੱਗੇ ਆ, पर जेकर वो बिल लागू कर सकते हैं तो वापस भी ले सकते हैं, मजबूरी की है। हाँ बिल्कुल बिल्कुल, ये तो अंग्रेजों का भी था। साइमन जो कमीशन था उसको पीछे हटा दिया था, वो ही मानना पड़ा था उस समय पे। तो मोदी को क्या दिक्कत है, क्या तकलीफ है? लेकिन समस्या ये हो रही है, जो कहीं ना कहीं उनसे पैसे ले रहे, उधर से पैसे ले लिए, इसने सोचा पब्लिक पागल है। जो बंदा कोरोना के बारे में कह दे कोरोना एक बीमारी है, वह ताड़ी बजाने से चली जाएगी, वह थाली बजाने से चली जाएगी, वह मोमबत्ती बजाने से चली जाएगी। जो इतनी 1.25 करोड़ को 1.5 करोड़ को पब्लिक को बेवकूफ़ बनाने लग रहे हैं, यहाँ कोई पढ़ा लिखा नहीं, यहाँ ज्ञान की कदर नहीं, अज्ञानता बना के आंखें मीचने लग रहा है, चश्मा चढ़ा दिया। अब तक दवाई उनके पास नहीं है। अगर कोई आदमी दवाई देता है तो पुलिस से पकड़वाओ पिटवाओ उनको। जो कौन से तरीके हैं भाई? अगर मान लिया कोई भारत में पद्धति है, आयुर्वेदिक है, रसायन क्रिया है, उनके अंदर बड़ी से बड़ी पद्धतियाँ हैं, कैसी बीमारी हो हर बीमारी को ठीक कर सकते हैं। लेकिन जब विवेक कोई भी उस लाइन का बंदा देता है दवाई तो उसको पकड़वा दिया जाता है और जेल करवा दी जाती है। तो इसका मतलब यहाँ जो ज्ञान प्राप्त किया जाए गुरुओं के द्वारा, संतों के द्वारा या प्रकृति के द्वारा, तो फिर उसको मतलब कि ज्ञान को जो बांटे फ्री में पब्लिक सेवा के लिए, उसको गवर्नमेंट क्यों पकड़ने लग रही है? इसका मतलब तो परामर्श जरूरी नहीं, यहाँ तो स्वार्थ हो गया। अब एक टीका लगा दिया जाए है, उसका परिणाम 1.5 लाख का, कितने लाख का, ऐसी तो कोई दवाई आज तक दुनिया में पड़ी नहीं, लेकिन गुमराह किया जाता है। ये कैंसर की जैसी दवाई है, कैंसर इतनी भयंकर दवाई नहीं है, लेकिन डॉक्टरों ने बना दी। और आयुर्वेदिक में और रसायन क्रिया में इसका बिल्कुल सफल इलाज है। हमने भी 500 जीव ठीक करे हैं महाराज की दया से, और 3री स्टेज तक किए, और एड्स की भी दवाई दे दें, लेकिन हमारे 2 साथी कैद में कर दिए। अब ये बताओ, अब कोई दवाई दे किसी जीव के लिए, वो भी फ्री देने लग रहे हैं। जो जंगल की जड़ी बूटी है वो पाड़ के लिए आए या पंसारी की दवाई हो, उसका पैसा तो लगेगा। क्यों? हम तो फकीर आदमी है, हमारे पास तो कोई ऐसी आमदनी तो है नहीं। वो बात तो आपकी सही है कि आप भले की बात कर रहे हो, आप दवाई दे रहे हो। बहुत सारी कंपनीज है, मल्टीनेशनल कंपनी है, उनको भी फिक्र है कि आप उनका धंधा बंद कर रहे हो, तो आपके ऊपर भी कोई ना कोई केस लगा सकते हैं। आपको डर नहीं लगता? केस तो लगाने को लगा दे। हमारे 2 साथी थे, उन्होंने हमारे को आप बंद कर दो, तो हमने बंद कर दिया। माँ भाई क्या फ़ायदा है इस ज्ञान का जो बांटने के लिए, जब इन्होंने तो अपनी हरकत करनी है। इसका मतलब तो ये है ना भाई, अंधकार है सब कुछ, जिसकी चले उसी की चले है। नहीं तो यहाँ एक इस समय पे जो स्थिति है, अगर देश को आगे बढ़ाना है, अब भी भारत में इतना सिस्टम है, अगर तसल्ली से लगा दिया जाए, अमेरिका में विश्व में सबसे ज़्यादा खर्चा अमेरिका में किया जाता है, और भारत में इतनी साधन है, तो 11 अमेरिका होना है तो उनको भारत अकेला का मतलब के उसी स्टेज पर रख दे। लेकिन जितने भी ये मंत्री हैं भाई ऊपर बैठे हैं सारे, ये पूरे पब्लिक को उल्लू बना रहे हैं। इनकी अपनी पेंशन बना रहे हैं, सारा खर्चा जो टैक्स लगा उसके ये मजे उड़ा रहे हैं। तो आम आदमी है, ये फकीर भी अपने बेचारे सोचते भाई किसके सामने जाए किसके सामने नहीं जाए। उनकी तो बुरी दुर्गति होने लग रही है। जो पब्लिक को समझाओ हैं, विचारधारा दे हैं, और ये जो हर एक चीज़ का बताने के भी टैक्स लगा लेते हैं, तो ये तो एक तरह से ये राज तो है नहीं।
और कहीं ना कहीं मोदी अगर सोचता हो कि उसने कुछ थोड़े दिन और सुख शांति के चाहिए हैं, तो उसने पब्लिक को देखना चाहिए, पब्लिक के सामने आकर के उसने जो भी अपनी उसकी भूल होगी हो तो वह गलती मान लेनी चाहिए और देश को इस दिशा में ले जाए कि जिससे हर आदमी को, हर जन को सुविधा हो। नहीं तो कहने के लिए एक शायर ने बोला है कि भाई नज़र बदलिए नज़ारे बदल जाएंगे, सोच बदलिए सितारे बदल जाएंगे। अपनी सोच ਹੁਣ बदल चुकी है कि नहीं? अपनी तो बदल चुकी है बिल्कुल। हमारा तो काम ही जब जिस समय पे संत मते में आए थे, मैं 8वीं क्लास में पढ़ू था, उसी समय पे मैं गुरु की शरण में आ गया था। ਹੁਣ ਜਦੋਂ ਤੁਸੀਂ ਰੋਜ਼ਾਨਾ ਕਿਸਾਨਾਂ ਨੂੰ ਮਿਲਦੇ ਹੋ, ਤੁਸੀਂ ਜਗ੍ਹਾ ਜਗ੍ਹਾ ਜਾਂਦੇ ਹੋਵੋਗੇ, ਕੀ ਲੱਗਦਾ ਹੈ ਕਿ ਕਿਸਾਨ ਜਾਗ ਚੁੱਕੇ ਆ? भी जाग तो रहे हैं, लेकिन उसके लिए हमने एक विचारधारा बना के रखना पड़ेगा। कई बार ऐसा है कि भी इसमें जो दूसरे आदमी हैं वे आदमी आकर के कुछ ना कुछ उपद्रव करने की कोशिश कर रहे हैं, और कोशिश तो ये गवर्नमेंट की भी कहीं ना कहीं होगी। उससे क्या होगा, हमारे जनजीवन को नुकसान होगा और वो भी सारा हमारे ऊपर पड़ना आखिर में जा कर के। इसकी सबसे बढ़िया बात ये है, जो भी कानून बनाया है इस कानून को रद्द करके, और जितने भी हमारे किसान भाई हैं और भी कोई भाई हैं मजदूर भी हो तो उसमें भी लिए जाए तो बड़ी अच्छी बात है, क्योंकि बहुत उनके ऊपर भी आएगा। तो बैठ कर के पूरी सुविधा से जितना भी देश के लिए सुख सुविधा ना वो होना चाहिए। देश में अगर जनजीवन दुखी है तो देश भी दुखी है, तो फिर क्या होगा? इसका मतलब तो ये होगा कि भाई दुख देने के लिए आए है राजा, तो राजा का काम ये तो होता नहीं। ये ਰਾਜਾ ਦਾ ਕੰਮ ਹੁੰਦਾ ਪ੍ਰਜਾ ਨੂੰ ਸੁੱਖ ਦੇਣਾ, ਪ੍ਰਜਾ ਨੂੰ ਸੁੱਖ ਸੁਵਿਧਾਵਾਂ ਦੇਣੀਆਂ। ਅਸਲ ਦੇ ਵਿੱਚ 3 ਖੇਤੀ ਕਾਨੂੰਨ ਚਾਹੀਦੇ ਨਹੀਂ ਸੀ। ਚਾਹੀਦਾ ਸੀ ਸਾਨੂੰ ਸਿੱਖਿਆ, ਚਾਹੀਦੀ ਸੀ ਸਾਨੂੰ ਮੈਡੀਕਲ ਸਹੂਲਤ, ਚਾਹੀਦੀ ਸੀ ਸਾਨੂੰ ਇੱਕ ਜਾਗਰਤੀ, ਚਾਹੀਦੀ ਸੀ ਸਾਨੂੰ ਸਾਡੀ ਸੋਚ ਬਦਲਣ ਵੱਲ ਕਦਮ ਵਧਾਉਂਦੇ। ਪਰ ਸਾਡੀ ਸੋਚ ਤਾਂ ਜੇ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਹਾਂ, ਬਹੁਤ ਸਾਰੇ ਕਿਸਾਨਾਂ ਦੀ ਤਾਂ ਸੋਚ ਹਜੇ ਵੀ ਖੇਤਰੀ ਪਾਰਟੀਆਂ 'ਤੇ ਹੀ ਖੜੀ ਆ। ਪਤਾ ਨਹੀਂ ਉਹ ਕਦੋਂ ਜਾਗਣਗੇ। ਅਸੀਂ ਹੋਕਾ ਦਿੰਦੇ ਰਹਿੰਦੇ ਹਾਂ, ਕਿਸਾਨਾਂ ਨਾਲ ਗੱਲਬਾਤ ਕਰਾਉਂਦੇ ਰਹਿੰਦੇ ਹਾਂ। ਹੁਣ ਤੁਸੀਂ ਵੀ ਗੱਲਬਾਤ ਸੁਣੀ ਹੈ, ਗੱਲਬਾਤ ਕਾਫੀ ਲੰਬੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਤਸੰਗ ਹੁੰਦੀ ਆ, ਜਿੱਥੇ ਵੀ ਜਾਂਦੇ ਆ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਜਾਂਦਾ, ਕਿਉਂਕਿ ਜਿਹਦੇ ਨਾਲ ਵੀ ਗੱਲ ਕਰਦੇ ਆ ਉਹਦੇ ਪਿੱਛੇ ਇੱਕ ਕਹਾਣੀ ਹੁੰਦੀ ਆ। ਮੇਰੇ ਨਾਲ ਨੌਜਵਾਨ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਤੁਸੀਂ ਲੰਮੇ ਸਮੇਂ ਤੋਂ ਅੰਦੋਲਨ ਦਾ ਹਿੱਸਾ ਬਣੇ ਹੋ, ਬਜ਼ੁਰਗ ਤੁਹਾਡੇ ਕੋਲੇ ਆਉਂਦੇ ਨੇ, ਵੱਖ-ਵੱਖ ਜਗ੍ਹਾ ਤੋਂ ਲੋਕ ਆਉਂਦੇ ਨੇ। ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ, ਕਿੰਨਾ ਕੁ ਜਿਹੜਾ ਪੋਜ਼ਿਟਿਵਿਟੀ ਜਾਂ ਕਿੰਨੀ ਕੁ ਜਿਹੜੀ ਹੈ ਆਪਣੇ ਆਪ ਨੂੰ ਸੁਧਾਰ ਕਰਨ ਦੇ ਲਈ ਨੌਜਵਾਨਾਂ ਦੇ ਵਿੱਚ ਜਿਹੜਾ ਜਿਗਿਆਸਾ ਭਰਨ ਦੇ ਲਈ ਜਿਹੜਾ ਤੁਸੀਂ ਸਿੱਖਦੇ ਹੋ ਤੇ ਅੰਦੋਲਨ ਦੇ ਵਿੱਚ ਤੁਸੀਂ ਆਏ ਹੋ, ਕਿਵੇਂ ਮਹਿਸੂਸ ਕਰਦੇ? ਇਸ ਅੰਦੋਲਨ ਦੇ ਨਾਲ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਸਾਡੀ ਹੋਰ ਵੀ ਬਹੁਤ ਗੂੜੀ ਹੋਈ ਆ। ਤੇ ਜਿਸ ਤਰ੍ਹਾਂ ਸਾਰੇ ਸੂਬਿਆਂ ਦੇ ਵਿੱਚੋਂ ਆਏ ਆ ਲੋਕ, ਤੇ ਪੰਜਾਬ ਹਰਿਆਣਾ ਸਿਆਸਤ ਕਰਕੇ ਇਹ ਆਪਣੇ ਲੋਕਾਂ ਨੂੰ ਰਾਜ ਕਰਦੇ ਆਪਣੇ ਤੇ ਨਾ, ਲੋਕਾਂ ਨੂੰ ਵੱਖ ਕਰਕੇ ਪਾੜ ਕੇ। ਉਹ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਉਹ ਸਾਡੀ ਬਹੁਤ ਜ਼ਿਆਦਾ ਗੂੜੀ ਹੋਈ ਆ। ਤੇ ਇਹ ਅੰਦੋਲਨ ਨੇ ਸਾਡੇ ਵਿੱਚ ਬਹੁਤ ਜੋਸ਼ ਪੈਦਾ ਕੀਤਾ। ਸਾਡੇ ਨਾਲ ਬਜ਼ੁਰਗ ਬੈਠੇ ਆ, ਨੌਜਵਾਨਾਂ ਨੂੰ ਬਜ਼ੁਰਗਾਂ ਦਾ ਬਹੁਤ ਸਾਨੂੰ ਆਸਰਾ ਹੈ। ਸਾਨੂੰ ਇੰਨਾ ਮਾਣ ਆ ਵੀ ਸਾਡੇ ਬਜ਼ੁਰਗ ਬੈਠੇ ਆ, ਸਾਨੂੰ ਹੌਸਲਾ ਮਿਲਦਾ ਇਹਨਾਂ ਤੋਂ, ਸਾਨੂੰ ਥਾਪੜਾ ਮਿਲਦਾ। ਤੇ ਇਹਨਾਂ ਦੇ ਹੁਣ ਜਿਹੜੀਆਂ ਗੱਲਾਂ ਹੁੰਦੀਆਂ, ਜਿਵੇਂ ਪਹਿਲਾਂ ਬਾਪੂ ਜੀ ਨੇ ਬੜੇ ਜਿਹੜੇ ਵਿਚਾਰ ਰੱਖੇ, ਬੜੇ ਡੂੰਘੇ ਵਿਚਾਰ ਰੱਖੇ, ਬਾਬਾ ਜੀ ਨੇ ਗੱਲ ਕੀਤੀ, ਇੱਧਰ ਬਾਈ ਜੀ ਨੇ ਗੱਲ ਕੀਤੀ। ਪਹਿਲਾਂ ਹੁੰਦਾ ਸੀ ਪੰਜਾਬ ਦੇ ਵਿੱਚ, ਆਪਾਂ ਗੱਲ ਕਰਦੇ ਸੱਥਾਂ ਵਿੱਚ, ਪੰਜਾਬ ਦੀ ਨੌਜਵਾਨੀ 'ਤੇ ਵੀ ਬਹੁਤ ਤਰ੍ਹਾਂ ਦੇ ਸਵਾਲ ਚੱਕੇ ਜਾਂਦੇ ਸੀ, ਨੌਜਵਾਨੀ ਨੂੰ ਵਿਹਲੜ ਕਿਹਾ ਜਾਂਦਾ ਸੀ। ਅੱਜ ਨੌਜਵਾਨੀ ਸੰਘਰਸ਼ ਵਿੱਚ ਪਹੁੰਚੀ ਹੈ, ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ। ਨੌਜਵਾਨੀ ਖੇਤਰੀ ਪਾਰਟੀਆਂ ਦੇ ਲਈ ਵੀ ਕੰਮ ਕਰਦੀ ਰਹੀ, ਦਿਨ ਰਾਤ ਇੱਕ ਕਰਕੇ ਪੋਸਟਰ ਵੀ ਲਾਉਂਦੀ ਰਹੀ। ਕੀ ਨੌਜਵਾਨੀ ਨੇ ਜੋ ਕੀਤਾ ਪਾਰਟੀਆਂ ਦੇ ਲਈ, ਉਲਟਾ ਉਹਨਾਂ ਨੂੰ ਕੁਝ ਨੌਜਵਾਨੀ ਨੂੰ ਕੁਝ ਮਿਲਿਆ? ਸਰਕਾਰਾਂ ਤੋਂ ਤਾਂ ਆਪਾਂ ਨੂੰ ਕੁਝ ਨਹੀਂ ਮਿਲਿਆ ਜੀ। ਜਿਹੜੇ ਆਪਾਂ ਨੂੰ ਹੁਣ ਜੇ ਸਰਕਾਰਾਂ ਤੋਂ ਨਹੀਂ ਕੁਝ ਮਿਲਿਆ ਤਾਂ ਹੁਣ ਸੱਤਾ ਪਲਟਣ ਦਾ ਵੇਲਾ, ਜਾਗਣ ਦਾ ਵੇਲਾ ਹੈਗਾ। ਬਿਲਕੁਲ ਜੀ, ਲੋਕਾਂ ਦੇ ਵਿੱਚ ਜੋਸ਼ ਆ। ਤੁਸੀਂ ਜਿੰਨੇ ਵੀ ਇੱਥੇ ਲੋਕ ਦੇਖੋਗੇ, ਚਾਹੇ ਬਜ਼ੁਰਗ ਆ ਚਾਹੇ ਮੁੰਡਿਆ, ਕਿਸੇ ਦਾ ਚਿਹਰਾ ਮਾਯੂਸ ਨਹੀਂ ਹੋਊਗਾ। ਸਾਰਿਆਂ ਦੇ ਚਿਹਰੇ ਤੇ ਖੁਸ਼ੀ ਆ, ਉਹ ਇੱਕ ਵੱਖਰੀ ਆ ਤੇ ਜੋਸ਼ ਆ। ਕਿਸੇ ਨੂੰ ਕੋਈ ਤੁਹਾਨੂੰ ਮਾਯੂਸ ਨਹੀਂ ਦਿਖੂਗਾ। ਤੇ ਜੇ ਗੱਲ ਕਰੀਏ ਅੰਦੋਲਨ ਦੀ, ਗੱਲ ਕਰੀਏ ਸੰਘਰਸ਼ ਦੀ, ਮੀਟਿੰਗਾਂ ਵੀ ਹੋ ਰਹੀਆਂ, ਤੁਸੀਂ ਵੀ ਸੋਸ਼ਲ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਸਾਰੀਆਂ ਚੀਜ਼ਾਂ ਸੁਣਦੇ ਹੋ।
ਕੀ ਲੱਗਦਾ ਕਿ 9 ਮੀਟਿੰਗਾਂ ਹੋ ਗਈਆਂ, 26 ਤਰੀਕ ਦੀ ਵੀ ਕਾਲ ਹੈ, ਕੀ ਲੱਗਦਾ 26 ਤੋਂ ਪਹਿਲਾਂ ਪਹਿਲਾਂ ਸਰਕਾਰ ਕੁਛ ਨਾ ਕੁਛ ਹੱਲ ਕੱਢੂਗੀ? ਇਹਦੇ ਬਾਰੇ ਅਸੀਂ ਆਸ ਲਾਈ ਤਾਂ ਬੈਠੇ ਹਾਂ ਜੀ, ਪਰ ਇਹਦਾ ਸਾਨੂੰ ਹਜੇ ਤੱਕ ਨਹੀਂ ਪਤਾ ਕੀ ਹੋਣਾ ਹੈ ਕੀ ਨਹੀਂ ਹੋਣਾ। ਪਰ ਜਿਹੜੇ ਸਾਡੇ ਇਰਾਦੇ ਆ ਇਹ ਬਹੁਤ ਮਜ਼ਬੂਤ ਆ ਜੀ। ਇਰਾਦੇ ਮਜ਼ਬੂਤ ਆ। ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਆ, ਕਿਸਾਨਾਂ ਨਾਲ ਗੱਲਬਾਤ ਕਰ ਰਹੇ ਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਪ੍ਰੋਗਰਾਮ ਕਾਫੀ ਲੰਬਾ, ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਬਹੁਤ ਸਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ ਟਰਾਲੀ ਟਾਕ ਪ੍ਰੋਗਰਾਮ ਦੇ ਤਹਿਤ। ਲੋਕ ਵੀ ਜਾਗੇ ਆ, ਪਾਰਟੀਆਂ ਦੇ ਬਾਈਕਾਟ ਦੇ ਵੀ ਸੱਦੇ ਆਏ ਆ। ਫਿਰ ਅਸੀਂ ਗੱਲ ਕਰੀਏ ਤਾਂ ਲਾਹਨਤਾਂ ਵੀ ਬਹੁਤ ਲੋਕ ਪਾਉਂਦੇ ਆ, ਜਿਹੜੇ ਪਿੰਡਾਂ ਦੇ ਵਿੱਚ ਹਜੇ ਵੀ ਘਰਾਂ ਦੇ ਵਿੱਚ ਬੈਠੇ ਆ, ਜਿਹੜੇ ਕਿਸਾਨੀ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕੇ। ਇਸ ਨੂੰ ਅਸੀਂ ਕਹਿ ਦਈਏ ਜਿਵੇਂ ਕਹਿੰਦੇ ਕੁੰਭ ਦਾ ਇਸ਼ਨਾਨ ਹੈ, ਉਹ 12 ਜਿਹੜਾ ਸਾਲ ਬਾਅਦ ਆਉਂਦਾ ਹੈ, ਪਰ ਇਹ ਇਸ਼ਨਾਨ ਆ ਜਿਹੜਾ ਇਹ ਤੀਰਥ ਸਥਲ ਵੀ ਬਣ ਚੁੱਕਿਆ ਹੈ। ਇੱਥੋਂ ਤੱਕ ਵੀ ਗੱਲਾਂ ਹੋ ਰਹੀਆਂ ਵੀ ਜਦੋਂ ਜਿੱਤ ਕੇ ਜਾਵਾਂਗੇ ਤੇ ਹਰ ਸਾਲ ਇੱਥੇ ਇੱਕ ਕਿਸਾਨ ਇਕੱਠੇ ਹੋ ਕੇ ਇੱਕ ਤਰ੍ਹਾਂ ਨਾਲ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦੇਣਗੇ। ਜਿੱਤ ਕੇ ਤਾਂ ਜਾਵਾਂਗੇ ਹੀ, ਪਰ ਇਹ ਜਗ੍ਹਾ ਜਿਹੜੀ ਹੈ ਰਹਿੰਦੀ ਦੁਨੀਆ ਤੱਕ ਇਤਿਹਾਸ ਦੇ ਵਿੱਚ ਦਰਜ ਵੀ ਹੋ ਚੁੱਕੀ ਹੈ। ਬਾਪੂ ਜੀ ਸਾਡੇ ਨਾਲ ਬੈਠੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਕੀ ਨਾਮ ਹੈ? ਮੇਰਾ ਨਾਮ ਮਾਨ ਸਿੰਘ ਹੈ ਜੀ, ਪਿੰਡ ਰੱਤੋਕੇ ਹੈ। ਅੱਛਾ ਜੀ। ਬਾਪੂ ਜੀ ਕਿਸਾਨੀ ਸੰਘਰਸ਼ ਵਿੱਚ ਪਹੁੰਚੇ ਹੋ, ਨੌਜਵਾਨ ਵੀ ਕਾਫੀ ਆਏ ਨੇ। ਕਿਹੋ ਜੀ ਜਿਹੜੀ ਹੈ ਦਿਨ ਦੀ ਜਿਹੜੀ ਪ੍ਰਕਿਰਿਆ ਕਿਹੋ ਜੀ ਰਹਿੰਦੀ ਹੈ? ਕੀ ਕੰਮਕਾਰ ਹੁੰਦੇ ਆ ਇੱਥੇ? ਕਿਉਂਕਿ ਤੁਹਾਨੂੰ ਪਿੰਡ ਵੀ ਦੇਖ ਰਿਹਾ, ਪੰਜਾਬ ਦੇਖ ਰਿਹਾ, ਬਾਹਰਲੇ ਸੂਬਿਆਂ ਵਿੱਚ ਬੈਠੇ ਲੋਕ ਦਿਖ ਰਹੇ ਆ। ਦੇਖੋ ਜੀ, ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀਰਾਂ ਨੂੰ, ਘਰ ਦੇ ਵਿੱਚ 2-4 ਮੈਂਬਰ ਹੁੰਦੇ ਨੇ ਤੇ ਉਹਨਾਂ ਦੀ ਵੀ ਸੈਟਿੰਗ ਨਹੀਂ ਠੀਕ ਹੁੰਦੀ। ਕੋਈ ਝਗੜਾ ਕਰਦਾ, ਕੋਈ ਲੜਦਾ ਹੈ। ਤੇ ਮੈਂ ਮੋਦੀ ਜੀ ਨੂੰ ਇੱਕ ਵਧਾਈ ਵੀ ਦਿੰਦਾ ਹੈ ਕਿ ਮੋਦੀ ਜੀ ਤੈਨੂੰ ਇਹ ਵਧਾਈ ਦਿੱਤੀ ਕਿ ਜਿਹੜੀ ਸਾਡੀ ਜਾਤ ਪਾਤ ਸੀ ਤੂੰ ਦੂਰ ਕਰਕੇ ਤੇ ਸਾਨੂੰ ਤੂੰ ਨਾ ਯੂਪੀ, ਨਾ ਕੋਈ ਰਾਜਸਥਾਨ, ਨਾ ਕੋਈ ਪੰਜਾਬ, ਨਾ ਕੋਈ ਹਰਿਆਣਾ, ਤੂੰ ਸਾਨੂੰ ਸਾਰੇ ਭਾਈਆਂ ਨੂੰ ਇੱਕ ਕਰਤਾ। ਤੂੰ ਇੱਕ ਬਹੁਤ ਵੱਡਾ ਪਰਉਪਕਾਰੀ ਬੰਦਾ ਹੈ। ਜਿੰਨੇ ਅਸੀਂ ਇੰਨੇ ਲੋਕ ਕੱਲੇ ਲੋਕ ਅਸੀਂ ਅਲੱਗ-ਅਲੱਗ ਹੋਏ ਬੈਠੇ ਸੀ ਧਰਮਾਂ ਦੇ ਨਾਂ ਤੇ, ਹਰਿਆਣੇ ਦੀਆਂ ਗੱਲਾਂ ਸੀ, ਇਹ ਜੀ ਰਾਜਸਥਾਨ ਹੈ ਜੀ, ਇਹ ਯੂਪੀ ਹੈ ਜੀ, ਬਿਹਾਰ ਹੈ, ਮਦਰਾਸ ਹੈ, ਬੰਗਾਲ ਹੈ। ਪਰ ਅੱਜ ਸਾਡੇ ਦੇਖਣ 'ਚ ਕੀ ਆਇਆ ਕਿ ਬੱਚਾ ਅੱਜ ਇੱਕ ਹੋਇਆ ਬੈਠਾ ਹੈ। ਤੇ ਮੈਂ ਇਸ ਕਰਕੇ ਉਹਨੂੰ ਮੋਦੀ ਨੂੰ ਵਧਾਈ ਦਿੱਤੀ ਹੈ ਕਿ ਮੋਦੀ ਸ਼ਾਬਾਸ਼, ਜੇ ਤੂੰ ਇਹ ਕੰਮ ਕੀਤਾ ਤਾਂ ਸਾਨੂੰ ਸਾਡੀ ਜਾਤ ਪਾਤ ਮਿਟਾ ਕੇ, ਤੇ ਸਤਿਗੁਰੂ ਨੇ ਕਿਹਾ ਸੀ ਸੱਚ ਕਹੂੰ ਸੁਣ ਲਿਓ, ਸਭੇ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਮੋਦੀ ਤੂੰ ਸਾਨੂੰ ਪਿਆਰ ਕਰਨਾ ਸਿਖਾਇਆ ਹੈ। ਪਰ ਦੇਖ ਸਾਡੀ ਜਿਹੜੀ ਜਿੱਤ ਹੈ ਮੋਦੀ, ਇਹ ਤਾਂ ਹੋਗੀ, ਇਹ ਤਾਂ ਹੋਗੀ ਕਿ ਸਾਡਾ ਜਿਹੜਾ ਪਿਆਰ ਸੀ ਉਹ ਇੱਕ ਮੁੱਠ ਹੋ ਗਿਆ ਤੇ ਇਹ ਹੁਣ ਮੁੱਠ ਖੁੱਲੂਗੀ ਵੀ ਨਹੀਂ। ਤਾਂ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਸਾਨੂੰ ਹਰਾ ਸਕੇ। ਕਿ ਮੈਂ ਇੱਕ ਵਾਰ ਗੱਲ ਸੁਣੀ ਸੀ ਕਿ ਇੱਕ ਬਜ਼ੁਰਗ ਦੇ 4 ਬੱਚੇ ਸੀ। ਕਹਿੰਦਾ ਘਰ ਵਿੱਚ ਭੁੱਖ ਹੈ ਤੇ ਚਲੋ ਆਪਾਂ ਬਾਹਰ ਚੱਲਦੇ ਆਂ। ਬਾਹਰ ਜਾ ਕੇ ਜੰਗਲ 'ਚ ਬੈਠ ਕੇ ਤੇ ਇੱਕ ਬੱਚੇ ਨੂੰ ਉਹ ਵੱਡੇ ਮਨੁੱਖ ਨੇ ਕਿਹਾ ਕਿ ਤੂੰ ਰੱਸੀ ਨੂੰ ਵੱਟਣ ਲੱਗ ਜਾ। ਉਹ ਰੱਸੀ ਵੱਟਣ ਲੱਗ ਗਿਆ। ਇੱਕ ਨੂੰ ਮਨੁੱਖ ਨੂੰ ਕਿਹਾ ਤੂੰ ਲੱਕੜਾਂ ਇਕੱਠੀਆਂ ਕਰ ਲਾ, ਉਹ ਲੱਕੜਾਂ ਇਕੱਠੀਆਂ ਕਰਨ ਲੱਗ ਗਿਆ। ਇੱਕ ਮਨੁੱਖ ਨੂੰ ਕਿਹਾ ਤੇ ਤੂੰ ਅੱਗ ਲੈ ਕੇ ਆ, ਉਹ ਅੱਗ ਲੈਣ ਚਲਿਆ ਗਿਆ। ਇੱਕ ਨੂੰ ਕਿਹਾ ਤੂੰ ਅੱਗ ਮਚਾਉਣ ਲੱਗ ਜਾ ਤੇ ਅੱਗ ਮਚਾਉਣ ਲੱਗ ਗਿਆ। ਇੱਕ ਦਰਖਤ ਉੱਤੇ ਪੰਛੀ ਬੋਲ ਕੇ ਕਹਿੰਦਾ ਤੁਹਾਡੇ ਕੋਲ ਤਾਂ ਕੁਛ ਨਹੀਂ, ਤੁਸੀਂ ਕੀ ਕਰੋਗੇ ਲੱਕੜਾਂ ਦਾ ਤੇ ਅੱਗ ਦਾ ਤੇ ਪਾਣੀ ਦਾ? ਉਹ ਕਹਿੰਦਾ ਦੇਖ ਤੈਨੂੰ ਫੜਾਂਗੇ ਤੇ ਤੈਨੂੰ ਅਸੀਂ ਖਾਵਾਂਗੇ। ਉਹ ਪੰਛੀ ਨੂੰ ਪਤਾ ਲੱਗ ਗਿਆ ਕਿ ਸੱਚਮੁੱਚ ਮੈਨੂੰ ਇਹ ਫੜ ਲੈਣਗੇ ਤੇ ਖਾ ਲੈਣਗੇ। ਉਹ ਕਹਿੰਦਾ ਮੈਨੂੰ ਛੱਡ ਦਿਓ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਧਣ ਪਿਆ ਲੈ ਜਾਓ। ਪਰ ਦੇਖੋ ਮੈਂ ਇੱਕ ਗੱਲ ਕਹਿਣਾ ਕਿ ਇਹ ਮੋਦੀ ਨੇ ਸਾਡਾ ਜਿਹੜਾ ਪਿਆਰ ਬਣਾਤਾ, ਐਂ ਬਣਿਆ ਰਹਿ ਜੇ ਤਾਂ ਸਾਡੀ ਸਦਾ ਵਾਸਤੇ ਜਿੱਤ ਹੈ। ਅਸੀਂ ਜਿੱਤੇ ਰਹਾਂਗੇ। ਮੋਦੀ ਜਿਹੜੇ ਤੂੰ ਇਹ ਕਾਨੂੰਨਾਂ ਦੀ ਗੱਲ ਕਰਦਾ ਹੈ ਇਹ ਤਾਂ ਕਿਧਰੇ ਜਾਣਗੇ। ਜੇ ਮੋਦੀ ਨਹੀਂ ਰਹੂ ਤਾਂ ਕਾਨੂੰਨ ਕਿੱਥੇ ਰਹਿਣਗੇ? ਇਹ ਜਿਹੜੇ ਬੈਠੇ ਨੇ ਇਹਨਾਂ ਨੇ ਜਾਣਾ ਨਹੀਂ। ਇਹ ਹੁਣ ਇੱਥੇ ਹੀ ਭਾਵੇਂ ਕਿੰਨਾ ਸਮਾਂ ਲੱਗ ਜੇ ਜਿੱਤ ਕੇ ਜਾਣਗੇ। ਤੇ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜਦੋਂ ਮੈਂ ਇਹਨਾਂ ਲੋਕਾਂ ਦੇ ਦਰਸ਼ਨ ਕਰਦਾ ਹਾਂ, ਨੌਜਵਾਨਾਂ ਦੇ ਦਰਸ਼ਨ ਕਰਦਾ, ਮੈਨੂੰ ਖੁਸ਼ੀ ਹੁੰਦੀ ਹੈ ਕਿ ਮਹਾਰਾਜ ਆਏ ਤਾਂ ਮੈਂ ਇਹਨਾਂ ਵਿੱਚ ਕਿਤੇ ਪਿਆਰ ਦੇਖਿਆ ਨਹੀਂ ਸੀ। ਇੱਕ ਬੇਨਤੀ ਮੈਂ ਨੌਜਵਾਨਾਂ ਨੂੰ ਕਰਦਾ ਕਿ ਨੌਜਵਾਨ ਜਿੰਨੇ ਬੱਚੇ ਨੇ ਬਹੁਤ ਹੋਸ਼ ਵਿੱਚ ਰਹਿਣ, ਜੋਸ਼ ਵਿੱਚ ਨਾ ਆਉਣ। ਇੱਕ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਆਗੂ ਸਾਹਿਬਾਨ ਨੇ ਉਹਨਾਂ ਦੇ ਮੋਢਿਆਂ ਤੇ ਹੁਣ ਸਾਰੇ ਆਪਣੇ ਹਿੰਦੁਸਤਾਨ ਦਾ ਭਾਰ ਹੈ। ਬੱਚਾ ਉਹਨਾਂ 40 ਚਾਹੇ 50 ਮੁਖੀ ਜਿਹੜੇ ਸਾਡੇ ਨੇ ਉਹਨਾਂ ਵੱਲ ਨੂੰ ਦੇਖ ਰਿਹਾ ਹੈ
ਇਹ ਜੋ ਕਹਿਣਗੇ ਅਸੀਂ ਉਹੀ ਕਰਾਂਗੇ। ਤੇ ਸਾਡੇ ਆਗੂ ਜਿਹੜੇ ਨੇ ਮੁਖੀ, ਇਹ ਵੀ ਪੂਰੇ ਚੜ੍ਹਦੀ ਕਲਾ ਤੇ ਹੌਸਲੇ ਵਿੱਚ ਰਹਿਣ। ਬੱਚਾ ਬੱਚਾ ਸੀ, ਉਹਨਾਂ ਦੇ ਪਿੱਛੇ ਆ, ਭਾਵੇਂ ਸਾਡੀਆਂ ਜਾਨਾਂ ਰਹਿਣ ਤੇ ਭਾਵੇਂ ਦੀ ਨਾ ਰਹਿਣ। ਬਾਪੂ ਜੀ ਬਹੁਤ ਵਧੀਆ ਵਿਚਾਰ ਤੁਸੀਂ ਰੱਖੇ। ਅੰਤ ਦੇ ਵਿੱਚ ਇੱਕ ਤੁਹਾਡੇ ਤੋਂ ਸਲਾਹ ਵੀ ਲੈਣੀ ਆ। ਸੱਤਾ ਪਰਿਵਰਤਨ ਤਾਂ ਲਾਜ਼ਮੀ ਹੋ ਚੁੱਕਿਆ, ਕਿਸਾਨ ਇਕੱਠੇ ਹੋਏ ਆ, ਜਾਗ ਚੁੱਕੇ ਆ। ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਚਿਹਰਾ, ਕਿਹੋ ਜਿਹਾ ਪ੍ਰਧਾਨ ਮੰਤਰੀ, ਕਿਹੋ ਜਿਹਾ ਰਾਜਾ ਜਿਹੜਾ ਤੁਸੀਂ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਪਹਿਲਾਂ ਸੀ, ਭਾਵੇਂ ਕਿਸੇ ਕੋਈ ਵੀ ਰਾਜਾ ਸੀ, ਉਹ ਸਾਡੇ ਕੋਈ ਫਿੱਟ ਨਹੀਂ ਹੈ। ਹੁਣ ਮੈਨੂੰ ਤਾਂ ਐਂ ਲੱਗਦਾ ਜਿਹੜੇ ਆ ਬੈਠੇ ਨੇ ਟਰਾਲੀਆਂ ਵਿੱਚ, ਨੌਜਵਾਨ ਬੱਚੇ, ਬਜ਼ੁਰਗ ਲੋਕ, ਇਹਨਾਂ ਦਾ ਵੀ ਕੋਈ ਰਾਜਾ ਬਣੂਗਾ ਤਾਂ ਅਸੀਂ ਲੋਕ ਸੁਖੀ ਹੋਵਾਂਗੇ। ਸਾਡੇ ਵਾਸਤੇ ਜਿੰਨੇ ਲੋਕ ਸੀਗੇ ਇਸ ਤੋਂ ਪਹਿਲਾਂ, ਭਾਵੇਂ ਕੋਈ ਕਾਂਗਰਸ ਸੀ, ਭਾਵੇਂ ਕੋਈ ਅਕਾਲੀ ਸੀ, ਭਾਵੇਂ ਕੋਈ ਭਾਜਪਾ ਸੀ, ਕੁਝ ਵੀ ਸੀ, ਮੈਨੂੰ ਐਂ ਲੱਗਿਆ ਕਿ ਮਗਰਮੱਛ ਦਾ ਮੂੰਹ ਬਹੁਤ ਵੱਡਾ ਸੀ। ਇਹ ਸਾਰੀ ਜਨਤਾ ਨੂੰ ਜਾਣੀ ਦੀ ਮਗਰਮੱਛ ਆਪਦੇ ਮੂੰਹ ਵਿੱਚ ਲਈ ਬੈਠੇ ਸੀ। ਰੱਬ ਤਰਸ ਕਰੇ ਸਾਡੇ ਉੱਤੇ ਤਾਂ ਮਗਰਮੱਛਾਂ ਦੇ ਮੂੰਹ ਵਿੱਚੋਂ ਸਾਨੂੰ ਕੱਢ ਲਵੇ। ਪਰ ਇਹਨਾਂ ਰਾਜਿਆਂ ਉੱਤੇ ਅਸੀਂ ਕੋਈ ਨਾ ਭਰੋਸਾ ਰੱਖੀਏ, ਨਾ ਅਸੀਂ ਹੁਣ ਇਹਨਾਂ ਦੇ ਕਹਿਣੇ ਵਿੱਚ ਰਹੀਏ, ਨਾ ਇਹਨਾਂ ਦਾ ਰਾਜ ਸਾਡੇ ਪਸੰਦ ਹੈ। ਇਹ ਜਿਹੜੇ ਨੌਜਵਾਨ ਬੱਚੇ ਤੇ ਬਜ਼ੁਰਗ ਜਿਹੜੇ ਆ ਬੈਠੇ ਨੇ ਮੋਰਚਿਆਂ 'ਚ, ਇਹ ਹੁਣ ਕੋਈ ਆਪਦੀ ਚੋਣ ਆਪਦੀ ਕੋਈ ਆਪ ਹੀ ਕਰਨਗੇ। ਹੁਣ ਇਹਨਾਂ ਦੀ ਚੋਣ ਸਾਡੇ ਅਜੇ ਪਸੰਦ ਨਹੀਂ ਆ ਰਹੀ। ਇਹ ਗੱਲ ਹਰ ਜਗ੍ਹਾ ਤੋਂ ਨਿਕਲ ਕੇ ਆਉਂਦੀ ਆ ਕਿ ਸੱਤਾ ਪਰਿਵਰਤਨ ਲਾਜ਼ਮੀ ਆ, ਪਰ ਕਿਸਾਨਾਂ ਦੀ ਇੱਕ ਆਪਦੀ ਪਾਰਟੀ, ਕਿਸਾਨਾਂ ਦਾ ਇੱਕ ਆਪਦਾ ਚਿਹਰਾ ਜਿਹੜਾ ਕਿਸਾਨੀ ਦੇ ਭਲੇ ਦੀ, ਲੋਕਾਂ ਦੇ ਭਲੇ ਦੀ ਗੱਲ ਕਰੇ। ਤਾਨਾਸ਼ਾਹ ਬਣ ਕੇ ਨਾ ਬੈਠੇ, ਕਿਉਂਕਿ ਤਾਨਾਸ਼ਾਹ ਤਾਂ ਪਹਿਲਾਂ ਬਥੇਰੇ ਆ ਕੇ ਚਲੇ ਗਏ। ਸਾਨੂੰ ਉਹ ਬੰਦੇ ਦੀ ਲੋੜ ਆ ਜਿਹੜਾ ਸਾਡੀ ਬਾਂਹ ਫੜੇ, ਜਿਹੜਾ ਸਾਨੂੰ ਰੁਜ਼ਗਾਰ ਦੇਵੇ, ਜਿਹੜਾ ਸਾਨੂੰ ਸਿਹਤ ਸਹੂਲਤਾਂ ਦੇਵੇ, ਜਿਹੜਾ ਸਾਨੂੰ ਵਿੱਦਿਆ ਦੇਵੇ। ਸਾਨੂੰ ਉਹਨਾਂ ਕਾਨੂੰਨਾਂ ਦੀ ਨਹੀਂ ਲੋੜ ਜੋ ਸਾਡੀ ਖੇਤੀ ਨੂੰ ਖਤਮ ਕਰਨ, ਜੋ ਸਾਡੇ ਬਿਜ਼ਨਸ ਨੂੰ ਖਤਮ ਕਰਨ, ਜੋ ਸਾਡੀ ਜਵਾਨੀ ਨੂੰ ਖਤਮ ਕਰਨ। ਬਾਈ ਜੀ ਬਾਈ ਜੀ ਤੋਂ ਲਾਸਟ ਦੇ ਵਿੱਚ ਆਪਾਂ ਜਾਣਕਾਰੀ ਲੈਂਦੇ ਹਾਂ। 26 ਤਰੀਕ ਦਾ ਪ੍ਰੋਗਰਾਮ ਹੈ। ਨੌਜਵਾਨਾਂ ਨੂੰ ਬਾਈ ਜੀ ਕੀ ਅਪੀਲ ਕਰਨਾ ਚਾਹੋਗੇ? ਪਹਿਲਾਂ ਤਾਂ ਜੀ ਅਸੀਂ ਤੁਹਾਨੂੰ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਇਸ ਅੰਦੋਲਨ ਨੇ ਸਾਡੇ ਸਾਰੇ ਲੋਕਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕੀਤਾ। ਅੱਜ ਤੁਸੀਂ ਦੇਖੋ, ਕੋਈ ਐ ਨਹੀਂ ਵੱਖੋ ਵੱਖਰੇ ਝੰਡੇ ਹੋਣਗੇ, ਜਾਂ ਅੱਜ ਸਾਡੇ ਲੋਕ ਚਾਹੇ ਪੰਜਾਬ, ਹਰਿਆਣਾ ਜਾਂ ਹੋਰ ਨਾਲ ਦੇ, ਇੱਕ ਝੰਡੇ ਥੱਲੇ ਇਕੱਠੇ ਆ ਜੀ। ਤੇ ਨੌਜਵਾਨਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਾਂਗੇ ਵੀ ਜਿਸ ਤਰ੍ਹਾਂ ਆਪਣੇ ਆਗੂ, ਕਿਉਂਕਿ ਉਹਨਾਂ ਦੇ ਮੋਢਿਆਂ ਤੇ ਭਾਰ ਆ, ਜਿਹੜਾ ਇੱਕ ਆਪਣੇ ਵਰਗਾ ਇੱਕ ਸਾਈਡ ਤੇ ਬੰਦਾ ਹੁੰਦਾ ਉਹ ਤਾਂ ਕੁਝ ਵੀ ਬੋਲ ਦਿੰਦਾ, ਪਰ ਜਿਹੜੀ ਉਹਨਾਂ ਦੇ ਮੋਢਿਆਂ ਦੇ ਉੱਤੇ ਭਾਰ ਆ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਆ। ਇੱਕ ਵਾਰੀ ਆਪਾਂ ਨੂੰ ਜਿਵੇਂ ਉਹ ਕਹਿੰਦੇ ਆ ਉਸੇ ਤਰ੍ਹਾਂ ਉਹਨਾਂ ਦੇ ਪਿੱਛੇ ਲੱਗ ਕੇ ਚਾਹੀਦਾ, ਆਪਾਂ ਨੂੰ ਉਹਨਾਂ ਦੇ ਨਾਲ ਲੱਗ ਕੇ ਕਰਨਾ ਚਾਹੀਦਾ। ਬਿਲਕੁਲ। ਤੇ ਮੋਦੀ ਦੀ ਸਾਨੂੰ ਕੋਈ ਪਰਵਾਹ ਨਹੀਂ। ਇਸ ਤੋਂ ਪਹਿਲਾਂ ਬਹੁਤ ਹੀ ਰਾਜੇ ਆਏ ਆ ਤੇ ਬਹੁਤ ਹੀ ਗਏ ਆ। ਸਾਡਾ ਪੰਜਾਬ ਉੱਥੇ ਹੀ ਖੜਾ ਹੈ, ਸਾਡਾ ਦੇਸ਼ ਉੱਥੇ ਹੀ ਖੜਾ ਹੈ। ਇਹਨੂੰ ਲੁੱਟਣ ਵਾਲੇ ਵੀ ਬਹੁਤ ਆਏ ਆ ਤੇ ਅੱਜ ਤੱਕ ਰਾਜੇ, ਹੰਕਾਰੀ ਰਾਜੇ ਆ ਜਿਹੜੇ, ਉਹ ਬਹੁਤ ਤੁਰ ਗਏ ਇੱਥੋਂ ਹੋ ਕੇ। ਪਰ ਸਾਡੇ ਪੰਜਾਬ ਤੇ ਸਾਡੇ ਦੇਸ਼ ਤੇ ਗੁਰੂਆਂ ਦੀ ਮਿਹਰ ਆ ਬਹੁਤ ਜ਼ਿਆਦਾ, ਤੇ ਸਾਨੂੰ ਕੋਈ ਫਿਕਰ ਨਹੀਂ। ਸਾਨੂੰ ਹੌਸਲਾ ਬਹੁਤ ਮਜ਼ਬੂਤ ਆ, ਸਾਡੇ ਇਰਾਦੇ ਬਹੁਤ ਆ। ਹਾਂ, ਸਾਨੂੰ ਪਰਵਾਹ ਹੀ ਨਹੀਂ ਇਹਨਾਂ ਦੀ ਕਿਸੇ ਗੱਲ ਦੀ। ਹੌਸਲੇ ਬੁਲੰਦ ਨੇ। ਇਹਨਾਂ ਬੁਲੰਦ ਹੌਸਲਿਆਂ ਦੇ ਵਿੱਚ, ਚਿਹਰਿਆਂ ਦੇ ਵਿੱਚ ਇੱਕ ਜੋਸ਼ ਵੀ ਝਲਕ ਰਿਹਾ, ਇੱਕ ਉਤਸ਼ਾਹ ਵੀ ਝਲਕ ਰਿਹਾ, ਪਰ ਨਾਲ ਦੀ ਨਾਲ ਇੱਕ ਨਮੋਸ਼ੀ ਵੀ ਹੈ, ਕਿਉਂਕਿ ਲਗਾਤਾਰ ਸ਼ਹੀਦੀਆਂ ਵੀ ਹੋ ਰਹੀਆਂ। 70 ਤੋਂ ਉੱਪਰ ਜਿਹੜੇ ਕਿਸਾਨ ਹੈ ਉਹ ਸ਼ਹੀਦੀ ਪਾ ਚੁੱਕੇ ਨੇ। ਅੱਜ ਸਵੇਰ ਦੀ ਵੀ ਇੱਕ ਖਬਰ ਹੈ ਕਿ ਲੰਬੀ ਹਲਕੇ ਦਾ ਇੱਕ ਨੌਜਵਾਨ ਹਾਰਟ ਅਟੈਕ ਦੇ ਨਾਲ ਜਿਹਦੀ ਮੌਤ ਹੋਈ ਹੈ, ਪਿਲਰ ਨੰਬਰ 50-51 ਦੇ ਨੇੜੇ ਤੇੜੇ। ਅਸੀਂ ਜਿਹੜਾ ਲਗਾਤਾਰ ਕਿਸਾਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ। ਅਸਲ ਦੇ ਵਿੱਚ ਇਹ ਗੱਲਬਾਤ ਨਹੀਂ, ਇਹ ਵਿਚਾਰ ਨਹੀਂ, ਇਹ ਦਰਦ ਵੀ ਹੈ, ਇਹ ਸਲਾਹ ਵੀ ਹੈ, ਐਡਵਾਈਸ ਵੀ ਹੈ। ਨੌਜਵਾਨਾਂ ਨੂੰ ਵੀ ਇੱਕ ਸਲਾਹ ਹੈ ਕਿ ਜਿਹੜੀ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਅੰਦੋਲਨ ਨੂੰ ਢਾਹ ਲੱਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਤੁਸੀਂ ਉਹਦਾ ਹਿੱਸਾ ਨਾ ਬਣੋ। ਜਿਵੇਂ ਯੂਨੀਅਨ ਦਾ ਸੱਦਾ ਹੈ, ਜਿਵੇਂ ਯੂਨੀਅਨ ਦੇ ਆਗੂ ਤੁਹਾਨੂੰ ਕਹਿੰਦੇ ਨੇ, ਜਿਹੜੀ ਵੀ ਜਥੇਬੰਦੀ ਨਾਲ ਤੁਸੀਂ ਜੁੜੇ ਹੋ, ਕਿਉਂਕਿ ਇਸ ਵੇਲੇ ਟੀਚਾ ਸਾਡਾ ਇੱਕ ਹੈ, ਨਿਸ਼ਾਨਾ ਸਾਡਾ ਇੱਕ ਹੈ। ਜੇ ਅਸੀਂ ਇਕੱਠੇ ਹੋ ਕੇ ਲੜਾਂਗੇ, ਇਕੱਠੇ ਹੋ ਕੇ ਅਸੀਂ ਇਸ ਸੰਘਰਸ਼ ਵੱਲ ਜਾਵਾਂਗੇ, ਸ਼ਾਂਤਮਈ ਰਵਾਂਗੇ। ਵੱਡੀ ਗੱਲ ਹੈ ਕਿ ਅੰਦੋਲਨ ਸ਼ਾਂਤਮਈ ਹੈ, ਜਿੱਤ ਸਾਡੀ ਪੱਕੀ ਹੈ। ਸਾਂਝਾ ਟੀਵੀ ਦੀ ਕੋਸ਼ਿਸ਼ ਹੈ ਕਿ ਲਗਾਤਾਰ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਤੁਹਾਡੀ ਕਰਵਾਉਂਦੇ ਰਹੀਏ। ਬਾਈ ਜੀ ਇੱਕ ਵਿਚਾਰ ਪੇਸ਼ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੁਲਾਉਣੇ ਆ। ਬਾਈ ਜੀ ਇੱਕ ਵਾਰੀ ਆ ਜਾਓ ਤੁਸੀਂ, ਕਿਉਂਕਿ ਇੱਥੇ ਨਾ ਮੈਂ ਪਹਿਲਾਂ ਹੀ ਕਿਹਾ ਕਿ ਜਿਹੜੇ ਵੀ ਤੁਸੀਂ ਨੌਜਵਾਨ ਨੂੰ ਜਾਂ ਬਜ਼ੁਰਗ ਨੂੰ ਤੁਸੀਂ ਗੱਲਬਾਤ ਕਰੋਗੇ, ਉਹ ਆਪਣੇ ਆਪ ਵਿੱਚ ਕਹਾਣੀ ਹੈ, ਆਪਣੇ ਆਪ ਵਿੱਚ ਇੱਕ ਵਿਚਾਰ, ਆਪਣੇ ਆਪ ਵਿੱਚ ਇੱਕ ਤਜਰਬਾ ਹੈ। ਹਾਂਜੀ ਬਾਈ ਜੀ ਕੀ ਕਹਿਣਾ? ਬਾਈ ਜੀ
ਮੈਂ ਇਹ ਕਹਿਣਾ ਚਾਹੂੰਗਾ ਜੋ ਵੀ ਦੇਸ਼ ਭਰ ਚੋਂ ਕਿਸਾਨ ਭਰਾ ਇੱਥੇ ਜੋ 26 ਤਰੀਕ ਦੀ ਕਿਸਾਨ ਆਗੂਆਂ ਦੀ ਕਾਲ ਆ ਉਹਦੇ ਲਈ ਦਿੱਲੀ ਟਰੈਕਟਰ ਲੈ ਕੇ ਜਾਂ ਆਪਣੇ ਸਾਧਨ ਲੈ ਕੇ ਪੁੱਜਣਾ ਚਾਹੁੰਦੇ ਆ, ਉਹਨਾਂ ਨੂੰ ਬੜੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਿੱਛੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤਸਵੀਰਾਂ ਦੇਖੀਆਂ ਸੀ ਕਿ ਪੰਜਾਬ 'ਚ, ਹਰਿਆਣੇ 'ਚ ਜਾਂ ਹੋਰ ਅਦਰ ਸਟੇਟਾਂ ਦੇ ਵਿੱਚ ਜੋ ਕਿਸਾਨ ਆ ਉਹ ਆਪਣੇ ਟਰੈਕਟਰਾਂ ਦੇ ਮੂਹਰੇ ਬੈਰੀਗੇਟਿੰਗ ਨੂੰ ਤੋੜਨ ਲਈ ਲਗਭਗ ਲੱਖ ਰੁਪਏ ਦੇ ਜੁਗਾੜ ਲਗਾ ਰਹੇ ਆ ਕਿ ਜਿਨ੍ਹਾਂ ਦੇ ਨਾਲ ਜੋ ਬੈਰੀਕੇਟਿੰਗ ਆ, ਜਿਸ ਤਰ੍ਹਾਂ ਆਉਂਦੇ ਟਾਈਮ ਚਲੋ ਉਹ ਮਜਬੂਰੀ ਸੀ, ਦਿੱਲੀ ਦੀ ਬਰੂਹਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਸੀ। ਹੁਣ ਅਸੀਂ ਅੱਜ ਇੱਥੇ ਆ ਕੇ ਬੈਠੇ ਆ, ਬੜੇ ਸ਼ਾਂਤਮਈ ਢੰਗ ਨਾਲ ਬੈਠੇ ਆ, ਲਗਭਗ 50 ਦਿਨ ਤੋਂ ਉੱਪਰ ਹੋ ਗਏ। ਇਹਦਾ ਕਾਰਨ ਹੀ ਇਹ ਹੈ ਕਿ ਅਸੀਂ ਪੀਸਫੁਲ ਚੱਲ ਰਹੇ ਹਾਂ, ਬਿਲਕੁਲ ਆਰਾਮਦਾਰੀ ਦੇ ਨਾਲ ਸ਼ਾਂਤਮਈ ਢੰਗ ਨਾਲ ਬੈਠ ਰਹੇ ਹਾਂ। ਸਾਨੂੰ ਦੇਸ਼ ਵਿਦੇਸ਼ਾਂ 'ਚੋਂ ਵੀ ਸਪੋਰਟ ਮਿਲ ਰਹੀ ਆ, ਸਰਕਾਰ ਤੇ ਵੀ ਦਬਾਅ ਬਣਿਆ ਹੋਇਆ ਹੈ। ਮੈਂ ਇਹੀ ਅਪੀਲ ਕਰਦਾ ਕਿ ਜੋ ਤੁਸੀਂ ਕਰ ਰਹੇ ਹੋ ਬਾਈ ਜੀ, ਇਹ ਆਪਣੇ ਅੰਦੋਲਨ ਦਾ ਹਿੱਸਾ ਨਹੀਂ ਹੈ, ਕਿਉਂਕਿ ਆਪਣੇ ਜੋ ਕਿਸਾਨ ਆਗੂ ਆ ਬੜੇ ਸੂਝਵਾਨ ਅਤੇ ਬੜੀ ਹੀ ਸੂਝ ਦੇ ਨਾਲ ਜੋ ਸੰਘਰਸ਼ ਨੂੰ ਅੱਗੇ ਪੜਾਅ ਦਰ ਪੜਾਅ ਅੱਗੇ ਵਧਾ ਰਹੇ ਆ। ਆਪਾਂ ਕੋਈ ਹੁੱਲੜਬਾਜੀ ਨਹੀਂ ਕਰਨੀ, ਆਰਾਮਦਾਰੀ ਦੇ ਨਾਲ ਦਿੱਲੀ ਦੇ ਵਿੱਚ ਐਂਟਰ ਹੋਣਾ, ਜਿਸ ਤਰ੍ਹਾਂ ਉਹ ਅੱਗੇ ਮੈਸੇਜ ਦੇਣਗੇ ਉਦਾਂ ਹੀ ਚੱਲਣਾ। ਕਿਸੇ ਨੇ ਵੀ ਕੁਝ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਹੁੱਲੜਬਾਜੀ ਨਾਲ ਜਿਹੜਾ ਇਹ ਆਪਣਾ ਧਰਨਾ ਇਹ ਹਿੰਸਕ ਰੂਪ ਲੈ ਲੇ। ਜੇਕਰ ਇਹ ਹਿੰਸਕ ਰੂਪ ਲੈ ਗਿਆ ਤਾਂ ਬਾਈ ਜੀ ਸਾਰਾ ਇਹ ਅੱਜ ਤੀਕ ਦਾ ਜੋ ਸੰਘਰਸ਼ ਹੈ ਖਤਮ ਹੋ ਜਾਵੇਗਾ, ਕਿਉਂਕਿ ਜੇਕਰ ਹਿੰਸਕ ਰੂਪ ਲੈਂਦਾ ਹੈ ਤਾਂ ਪਹਿਲਾਂ ਹੀ ਸਾਡੇ ਉੱਪਰ ਅੱਤਵਾਦੀ ਜਾਂ ਖਾਲਿਸਤਾਨੀ ਦੇ ਧੱਬੇ ਲਾ ਰਹੇ। ਇਹਨਾਂ ਨੇ ਤਾਂ ਉਦੋਂ ਹੀ ਸਾਨੂੰ ਇੱਥੇ ਆਪਦੀ ਆਰਮੀ ਲਗਾ ਕੇ ਇੱਥੋਂ ਭਜਾ ਦੇਣਾ, ਕਿਉਂਕਿ ਅਸੀਂ ਕਿਹਦੇ ਤੋਂ ਹੱਕ ਲਵਾਂਗੇ। ਅੱਜ ਅਸੀਂ ਬੜੇ ਸ਼ਾਂਤਮਈ ਢੰਗ ਨਾਲ ਅੰਦੋਲਨ ਲੜ ਰਹੇ ਹਾਂ, ਸਾਡੇ ਆਗੂ ਬਹੁਤ ਸੂਝਵਾਨੀ ਨਾਲ ਲੜ ਰਹੇ ਆ। ਸਾਨੂੰ ਲੋੜ ਆ ਅੱਜ ਉਹਨਾਂ ਨੂੰ ਫੋਲੋ ਕਰਨ ਦੀ। ਫਿਰ ਜਿਸ ਤਰ੍ਹਾਂ ਬਾਈ ਜੀ ਤੁਹਾਨੂੰ ਤੁਸੀਂ ਵੀ ਗੱਲ ਕੀਤੀ ਹੈ ਕਿ ਲਗਭਗ 70 ਤੋਂ ਉੱਪਰ ਜੋ ਇਹਦੇ ਸੰਘਰਸ਼ ਦੇ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ, ਜਿਹਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ 6 ਕਿਸਾਨਾਂ ਦੀਆਂ ਜੋ ਸ਼ਹਾਦਤਾਂ ਹੋਈਆਂ, ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ। ਆਪਾਂ ਜੋ ਇੱਕ ਸ਼ਹੀਦ ਆ ਬਾਈ ਜੀ, ਉਹਦੀ ਇੱਕ ਜੋ ਸ਼ਹੀਦੀ ਆ ਉਹਨੂੰ ਸਫਲ ਕਰਨਾ ਉਹ ਤਾਂ ਹੀ ਹੋ ਜੇਕਰ ਆਪਾਂ ਇਹ ਜੋ ਕਿਸਾਨ ਬਿੱਲ ਆ ਇਹਨਾਂ ਨੂੰ ਰੱਦ ਕਰਵਾਵਾਂਗੇ। ਰੱਦ ਇਹ ਤਾਂ ਹੋਣਗੇ ਜੇ ਆਪਾਂ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਚੱਲਾਂਗੇ। ਇਸ ਲਈ ਅਪੀਲ ਆ ਕਿ ਜੋ ਵੀ ਦੇਸ਼ ਭਰ ਚੋਂ ਕਿਸਾਨ ਭਰਾ ਟਰੈਕਟਰ ਲੈ ਕੇ ਜਾਂ ਆਪਦੇ ਸਾਧਨ ਲੈ ਕੇ ਆ ਰਹੇ ਆ, ਉਹਨਾਂ ਨੇ ਕੋਈ ਵੀ ਆ ਕੇ ਅਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਇੱਥੇ ਆ ਕੇ ਮਾਹੌਲ ਵਿਗੜ ਜੇ। ਬਿਲਕੁਲ ਜੀ, ਅਸੀਂ ਵੀ ਬੇਨਤੀ ਕਰਦੇ ਹਾਂ ਚੈਨਲ ਦੇ ਮਾਧਿਅਮ ਰਾਹੀਂ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਸ਼ੇਅਰ ਕਰਦੇ ਹੋ, ਇੱਕ ਵਾਰੀ ਪੁਸ਼ਟੀ ਜ਼ਰੂਰ ਕਰੋ। ਇਦਾਂ ਦੀਆਂ ਪੋਸਟਾਂ ਨਾ ਸ਼ੇਅਰ ਕਰੋ ਕਿ ਲੋਕਾਂ ਨੇ ਟਰੈਕਟਰ ਤੇ ਤੋਪ ਜੜ ਲਈ, ਉਹਨਾਂ ਨੇ ਲੋਹੇ ਦਾ ਲੱਖਾਂ ਦਾ ਸਮਾਨ ਲਾਤਾ, ਕਿਉਂਕਿ ਇਹ ਅੰਦੋਲਨ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਨੇ। ਤੁਸੀਂ ਉਹਦਾ ਹਿੱਸਾ ਨਾ ਬਣੋ, ਤੁਸੀਂ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਦਾ ਸਾਥ ਦਿਓ। ਘਰਾਂ ਵਿੱਚ ਜੇਕਰ ਤੁਸੀਂ ਬੈਠੇ ਹੋ, ਤੁਸੀਂ ਇੱਥੇ ਅੰਦੋਲਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ, ਆਪਦੇ ਪਿੰਡ ਦੇ ਲੋਕਾਂ ਨਾਲ ਜਿਹੜਾ ਇੱਥੇ ਹੈਗਾ ਉਹਨੂੰ ਫੋਨ ਕਰਕੇ ਆਓ, ਤਾਂ ਕਿ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਇੱਥੇ ਸ਼ਾਂਤਮਈ ਤਰੀਕੇ ਨਾਲ ਆਓ, ਸ਼ਾਂਤਮਈ ਅੰਦੋਲਨ ਦਾ ਹਿੱਸਾ ਬਣੋ। ਸਾਂਝਾ ਟੀਵੀ ਦੀ ਲਗਾਤਾਰ ਕੋਸ਼ਿਸ਼ ਹੈ ਕਿ ਕਿਸਾਨਾਂ ਨਾਲ ਗੱਲਬਾਤ ਤੁਹਾਡੇ ਤੱਕ ਪਹੁੰਚਾਈ ਜਾਵੇ। ਇਸ ਵਕਤ ਮੈਂ ਰਾਜਵਿੰਦਰ ਭੁੱਲਰ ਆਪਣੇ ਦੋਸਤ ਵਿਨੇ ਦੇ ਨਾਲ ਟਿੱਕਰੀ ਬਾਰਡਰ ਤੋਂ ਮਿਲਦੇ ਹਾਂ ਇੱਕ ਨਵੇਂ ਪਿੰਡ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।